ਫੋਨ ਸਾਡੀ ਆਵਾਜ਼ ਸੁਣ ਰਿਹਾ ਜਦੋਂ ਅਸੀਂ ਸਾਰਾ ਕੁਝ ਬੋਲ ਰਹੇ ਹਾਂ। ਐਪ ਇਦਾਂ ਦੀ ਹਿਡਨ ਇੰਸਟਾਲ ਹੋਈ ਉਹ ਹਰ ਟਾਈਮ ਤੁਹਾਡਾ ਮੋਨੀਟਰ ਕਰਦੀ ਰਹੇਗੀ ਫੋਨਸ ਕਿ ਤੁਸੀਂ ਕੀ ਗੱਲ ਕਰ ਰਹੇ ਹੋ, ਤੁਹਾਡੇ ਕਾਲ ਲੌਗਸ ਕੀ ਹੈ, ਤੁਹਾਡੀ ਬੈਕਐਂਡ ਹਿਸਟਰੀ ਸਾਰੀ ਦੇਖਦੀ ਰਹੇਗੀ। ਮੈਂ ਗੂਗਲ ਤੋਂ ਕਿਤੋਂ ਲਿੰਕ ਤੋਂ ਡਾਊਨਲੋਡ ਕਰ ਲਿਆ ਜੀ, ਤਾਂ ਪੱਕਾ ਮੇਰਾ ਕੋਈ ਮਾਈਕ ਜ਼ਰੂਰ ਸੁਣਦਾ ਹੋਵੇ। ਕਿਸੇ ਐਪ ਨੂੰ ਇੰਸਟਾਲ ਕਰਦਿਆਂ ਸਾਰ ਉਸ ਦੇ ਸਾਰੇ ਕੰਡੀਸ਼ਨਸ ਨੂੰ ਠਾ ਦਵਾ ਸੇਵ ਕਰ ਦੇਣਾ ਸੇਫ ਹੈ। ਜੇ ਨਹੀਂ ਸੇਫ ਹੈ ਤਾਂ ਕਿੰਨਾ ਖਤਰਨਾਕ ਹੋ ਸਕਦਾ ਹੈ ਉਹ ਸਾਡੇ ਲਈ? ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਵੀ ਹੋ ਸਕਦਾ ਹੈ ਕਿ ਉਹ ਲਿਖਣ ਹੀ ਨਾ ਵਿੱਚ ਪਰ ਉਹ ਚੀਜ਼ ਕਰ ਰਹੇ ਹੋ। ਉਹ ਤਾਂ ਹੋ ਸਕਦਾ ਹੈ ਜੇ ਕੋਈ ਐਪਲੀਕੇਸ਼ਨ ਹੈ ਪੈਗਾਸਸ, ਉਹ ਤਾਂ ਹੋ ਸਕਦਾ ਹੈ ਜੇ ਕੋਈ ਐਪਲੀਕੇਸ਼ਨ ਹੈ ਜ਼ੀਰੋ ਡੇ ਐਕਸਪਲੋਇਟ ਹੈ। ਕਿ ਤੁਸੀਂ ਫੋਟੋ ਕਲਿੱਕ ਕਰਨ ਲੱਗਿਆ ਨਾ 1 ਸੈਕਿੰਡ ਲਈ ਮਾਈਂਡ 'ਚ ਲਿਆਓ ਕਿ ਆਹ ਡੇਟਾ ਜੇ ਪਬਲਿਕਲੀ ਆ ਜਾਊਗਾ ਤਾਂ ਕੀ ਉਹ ਵਾਕਈ ਠੀਕ ਹੈ ਜਾਂ ਨਹੀਂ ਠੀਕ ਹੈ। ਠੀਕ ਹੈ, ਸੈਕਿੰਡ ਹੈ ਜੀ ਇਦਾਂ ਦੀ ਕੋਈ ਵੀਡੀਓ ਆ ਜਾਂਦੀ ਹੈ ਤੇ ਉਹਨੂੰ ਨਹੀਂ ਪਤਾ ਚੱਲੇ ਕਿ ਪਲਵਿੰਦਰ ਨੂੰ ਜੇ ਬੂਟ ਪਸੰਦ ਹੈ ਉਹ ਬਲੈਕ ਕਲਰ ਦੇ ਪਸੰਦ ਹੈ ਕਿ ਬਰਾਊਨ ਵਾਲੇ ਪਸੰਦ ਹੈ। ਜੀ ਆ ਡਾਟਾ ਮੈਂ ਚਾਹੁੰਦਾ ਕਦੀ ਕੀਤੀ ਨਾ ਜਾਏ। ਸਭ ਤੋਂ ਸੌਖਾ ਹੈ ਕਿ ਸਾਨੂੰ ਫੋਨ ਨਹੀਂ ਯੂਜ਼ ਕਰਨੇ ਚਾਹੀਦੇ। ਇਹਦੇ ਵਿੱਚ ਧਿਆਨ ਦਿਓ ਕਿ ਆਪਾਂ ਕੋਈ ਵੀ ਸਕੈਨਰ ਤੋਂ ਪੇਮੈਂਟ ਰਿਸੀਵ ਨਹੀਂ ਕਰਨੀ। ਕਈ ਵਾਰੀ ਇਹ ਲੋਕੀ ਕਹਿੰਦੇ ਆ ਕਿ ਇਹਨੂੰ ਸਕੈਨ ਕਰੋ ਤੁਹਾਡੇ ਅਕਾਊਂਟ 'ਚ ਪੈਸੇ ਆ ਜਾਣਗੇ ਐਂਡ ਉਹ ਪਹਿਲੀ ਭੇਜ ਸਕਦੇ ਆ ਪਰ ਕਦੀ ਰਿਸੀਵ ਨਹੀਂ ਕਰਨੇ। ਇਹ ਰਿਸੀਵ ਦੀ ਆਪਸ਼ਨ ਦਿੱਤੀ ਹੋਈ ਹੈ। ਡਰਿਆ ਅਸੀਂ ਕ੍ਰਾਈਮ ਬ੍ਰਾਂਚ ਤੋਂ ਬੋਲ ਰਹੇ ਹਾਂ, ਮਤਲਬ ਇਹ ਡਰਾਇਆ ਜਾਏਗਾ ਐਂਡ ਉਹਦੇ ਬਾਰੇ ਫਿਰ ਹੋਰ ਇਨਫੋਰਮੇਸ਼ਨ ਇਕੱਠੀ ਕੀਤੀ ਜਾਏਗੀ ਐਂਡ ਉਹਨੂੰ ਕਿਹਾ ਜਾਏਗਾ ਜੇ ਤੂੰ ਇਹ ਕਾਲ ਕੱਟੀ ਜਾਂ ਕੋਈ ਡਿਸਕਨੈਕਟ ਕੀਤੀ ਇਹ ਕਾਲ ਉਹਦੇ ਵਿੱਚ ਤੁਹਾਡੇ ਅਗੇਂਸਟ ਇਮੀਡੀਏਟਲੀ ਕੋਈ ਲਾਅ ਇਨਫੋਰਸਮੈਂਟ ਐਕਸ਼ਨ ਲੈ ਲੇਗੀ। ਐਂਡ ਉਹ ਪਰਸਨ ਕੀ ਕਰਦਾ ਹੈ, ਬਹੁਤ ਘਬਰਾ ਜਾਂਦਾ ਹੈ, ਡਰਾ ਕੇ ਉਹਨੂੰ ਲਗਾਤਾਰ ਕਾਲ ਤੇ ਰੱਖਿਆ ਜਾਂਦਾ ਹੈ। ਕੁਝ ਕੇਸਿਸ ਇਦਾਂ ਦੇ ਸਾਹਮਣੇ ਆਏ ਹੈ ਜਿਹਦੇ ਵਿੱਚ ਉਹਨਾਂ ਨੂੰ ਕੁਝ ਘੰਟਿਆਂ ਲਈ, ਇੱਕ ਕੇਸ ਹੈ ਦੇਹਰਾਦੂਨ ਦਾ ਸਾਹਮਣੇ ਆ ਰਿਹਾ, ਉਹ 'ਚ 10 ਲੱਖ ਟ੍ਰਾਂਸਫਰ ਕਰਵਾ ਲਏ ਐਂਡ ਉਹਦੇ ਵਿੱਚ 30 ਆਵਰਸ ਲਈ ਉਹਨੂੰ ਰੂਮ 'ਚ ਸਟਕ ਰੱਖਿਆ। ਉਹਨੂੰ ਇਹ ਕਿਹਾ ਗਿਆ ਕਿ ਤੁਸੀਂ ਰੂਮ ਲੀਵ ਨਹੀਂ ਕਰਨਾ ਐਂਡ ਇਹ ਇਨਵੈਸਟੀਗੇਸ਼ਨ ਤੁਹਾਡੀ ਚੱਲ ਰਹੀ ਹੈ, ਡਿਜੀਟਲੀ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਅੱਜ ਕੱਲ ਹਰ ਕਿਸੇ ਦੀ ਸੁਰੱਖਿਆ ਦੀ ਮਹੱਤਤਾ ਇੰਨੀ ਵੱਧ ਚੁੱਕੀ ਹੈ ਕਿ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖੇ। ਬੇਸ਼ੱਕ ਉਹ ਆਪਣੇ ਸਰੀਰ ਦੀ ਸੁਰੱਖਿਆ ਹੋਵੇ, ਆਪਣੇ ਧਨ ਦੀ ਸੁਰੱਖਿਆ ਹੋਵੇ, ਬੇਸ਼ੱਕ ਉਹ ਆਪਣੇ ਵੱਲੋਂ ਬਣਾਏ ਗਏ, ਆਪਣੇ ਵੱਲੋਂ ਕੰਜ਼ਿਊਮ ਕੀਤੇ ਜਾਂਦੇ ਡਾਟੇ ਦੀ ਸੁਰੱਖਿਆ ਹੋਵੇ। ਜਿਹੜੀ ਆਖਰੀ ਗੱਲ ਮੈਂ ਡਾਟੇ ਵਾਲੀ ਕੀਤੀ ਹੈ, ਇਹ ਡਾਟਾ ਜਦੋਂ ਡਿਜੀਟਲੀ ਅਪਲੋਡ ਜਾਂ ਡਾਊਨਲੋਡ ਹੁੰਦਾ ਹੈ ਤਾਂ ਇਸ ਦੀ ਜਿਹੜੀ ਪੈੜ ਹੁੰਦੀ ਹੈ ਇੱਕ ਵਾਰੀ ਪੈ ਜਾਂਦੀ ਫਿਰ ਸਾਰੀ ਉਮਰ ਨਹੀਂ ਜਾਂਦੀ। ਤੇ ਇਹੀ ਪੈੜ ਕਈ ਵਾਰੀ ਇੰਨੀ ਖਤਰਨਾਕ ਬਣ ਜਾਂਦੀ ਹੈ ਕਿ ਕਈ ਵਾਰ ਕਈ ਲੋਕ ਆਪਣੇ ਆਪ ਨੂੰ ਖਤਮ ਕਰਨ ਤੱਕ ਵੀ ਪਹੁੰਚ ਜਾਂਦੇ ਨੇ, ਇਹ ਕਹਿੰਦੇ ਹੋਏ ਕਿ ਇਹ ਚੀਜ਼ ਜੇ ਜਨਤਕ ਹੋ ਗਈ ਤਾਂ ਮੈਂ ਕਿਸੇ ਨੂੰ ਮੂੰਹ ਦਿਖਾਉਣ ਯੋਗ ਨਹੀਂ ਰਹੂੰਗਾ। ਮੇਰੇ ਨਾਲ ਇਸ ਸਮੇਂ ਮੌਜੂਦ ਨੇ ਪਲਵਿੰਦਰ ਸਿੰਘ ਹੁਣੀ। ਇਹ ਵੱਖ-ਵੱਖ ਫਰਮਸ ਨੂੰ ਸਿਕਿਉਰਿਟੀ ਮੁਹੱਈਆ ਕਰਵਾਉਂਦੇ ਨੇ। ਇਹੀ ਸਿਕਿਉਰਿਟੀ ਜਿਸ ਦੀ ਮੈਂ ਗੱਲ ਕੀਤੀ ਹੈ ਜਿਹਨੂੰ ਕਹਿੰਦੇ ਨੇ ਸਾਈਬਰ ਸੁਰੱਖਿਆ। ਉਹਨਾਂ ਦਾ ਸਵਾਗਤ ਕਰਦੇ ਹਾਂ। ਫਿਰ ਅੱਜ ਇਸੇ ਹੀ ਗੰਭੀਰ ਵਿਸ਼ੇ ਦੇ ਉੱਪਰ ਜਾਣਕਾਰੀ ਉਹਨਾਂ ਦੇ ਕੋਲੋਂ ਲਵਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਪਲਵਿੰਦਰ ਜੀ, ਤੁਸੀਂ ਸਭ ਤੋਂ ਪਹਿਲਾਂ ਤਾਂ ਦੱਸਿਆ ਕਿ ਵੱਖ-ਵੱਖ ਫਰਮਸ ਨੂੰ ਤੁਸੀਂ ਸਿਕਿਉਰਿਟੀ ਮੁਹੱਈਆ ਕਰਵਾਉਂਦੇ ਹੋ, ਪਰ ਫਰਮਸ ਤਾਂ ਹੋ ਗਈਆਂ ਉਹ ਤਾਂ ਸਿਕਿਉਰਿਟੀ ਲੈ ਲੈਂਦੀਆਂ ਨੇ ਕਿਉਂਕਿ ਉਹਨਾਂ ਨੂੰ ਜਾਣਕਾਰੀ ਹੁੰਦੀ ਹੈ ਤੇ ਕਾਨੂੰਨ ਵੀ ਦੇਸ਼ ਦਾ ਇਹ ਕਹਿੰਦਾ ਹੈ ਕਿ ਤੁਸੀਂ ਪਹਿਲਾਂ ਸਾਰੀਆਂ ਜਿਹੜੀ ਪ੍ਰੋਟੋਕੋਲਸ ਨੇ ਉਹ ਪੂਰੇ ਕਰਨੇ ਨੇ। ਪਰ ਜਿਹੜਾ ਇੱਕ ਆਮ ਨਾਗਰਿਕ ਹੈ ਜਿਹਨੇ ਫੋਨ ਲੈ ਲਿਆ ਪਰ ਉਹਨੂੰ ਫੋਨ ਯੂਜ਼ ਕਰਨ ਤੋਂ ਇਲਾਵਾ ਉਸਦੇ ਕੀ ਕਾਨੂੰਨੀ ਪਹਿਲੂ ਨੇ ਜਾਂ ਉਹਨੇ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ ਉਸ ਸਾਰੇ ਤਾਣੇ ਬਾਣੇ ਤੋਂ ਉਸਦਾ ਨਹੀਂ ਪਤਾ। ਫਰਮਸ ਜਿਹੜੀਆਂ ਨੇ ਬਹੁਤ ਜ਼ਿਆਦਾ ਐਕਟਿਵ ਨੇ, ਬਹੁਤ ਜ਼ਿਆਦਾ ਮਾਈਂਡ ਸ਼ਾਰਪ ਹੁੰਦਾ ਹੈ, ਉਹਨਾਂ ਨੂੰ ਮਾਰਕੀਟਿੰਗ ਦੀ ਸਟ੍ਰੈਟੇਜੀ ਆਉਂਦੀ ਹੈ, ਕਿਵੇਂ ਸਾਰੇ ਹਰੇਕ ਵਿਅਕਤੀ ਤੋਂ ਪੈਸੇ ਕਢਵਾਉਣੇ, ਕਿਵੇਂ ਨੇ ਉਸ ਦਾ ਡਾਟਾ ਕਿਵੇਂ ਲੈਣਾ ਹੈ ਤੇ ਉਸ ਦੇ ਡਾਟੇ ਨੂੰ ਯੂਜ਼ ਕਰਕੇ ਨੈਕਸਟ ਟਾਈਮ ਉਹਨੂੰ ਪ੍ਰੋਡਕਟ ਕਿੱਦਾਂ ਸੇਲ ਕਰਨਾ ਹੈ। ਸਭ ਤੋਂ ਪਹਿਲਾਂ ਇਸ ਦੀ ਬਰੀਕੀ ਜ਼ਰੂਰ ਸਮਝਾਓ ਕਿ ਜਦੋਂ ਇੱਕ ਵਿਅਕਤੀ ਫੋਨ ਖਰੀਦ ਲੈਂਦਾ ਹੈ ਤਾਂ ਉਹਨੂੰ ਸਭ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਬੜਾ ਹੀ ਇੱਕ ਅੱਛਾ ਪੁਆਇੰਟ ਹੈ ਕਿ ਕੰਪਨੀਆਂ ਤਾਂ ਆਪਣੀਆਂ ਸਿਕਿਉਰਿਟੀਜ਼ ਅਪਲਾਈ ਕਰ ਲੈਂਦੀਆਂ ਬਟ ਐਂਡ ਯੂਜ਼ਰ ਕੀ ਕਰੇ? ਐਂਡ ਯੂਜ਼ਰ ਨੂੰ ਕੀ ਧਿਆਨ ਦੇਣਾ ਚਾਹੀਦਾ ਹੈ? ਸਟਾਰਟਿੰਗ ਤੋਂ ਆਪਾਂ ਕਰ ਦਾਂਗੇ। ਜਿਵੇਂ ਕਿ ਆਪਾਂ ਗੱਲ ਕਰੀਏ ਕਿ ਮੋਬਾਈਲ ਡਿਵਾਈਸਿਸ ਦੀ, ਮੋਬਾਈਲ ਡਿਵਾਈਸਿਸ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਵੀ ਆਪਾਂ ਐਪਲੀਕੇਸ਼ਨਸ ਯੂਜ਼ ਕਰ ਰਹੇ ਹਾਂ, ਆਪਣਾ ਡੇਟਾ ਪ੍ਰੋਵਾਈਡ ਕਰ ਰਹੇ ਹਾਂ, ਕੋਈ ਵੀ ਐਪਲੀਕੇਸ਼ਨ ਫੋਨ ਦੇ ਵਿੱਚ ਜਦੋਂ ਇੰਸਟਾਲ ਹੁੰਦੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਉਹ ਮੰਗਦੀ ਹੈ ਕਿ ਆਪਣੇ ਆਪ ਨੂੰ ਰਜਿਸਟਰ ਕੀਤਾ ਜਾਵੇ। ਉਹਦੇ ਵਿੱਚ ਆਪਾਂ ਆਪਣਾ ਨਾਮ ਫਿਲ ਕਰਦੇ ਹਾਂ, ਚਾਹੇ ਆਨਲਾਈਨ ਸ਼ਾਪਿੰਗ ਦੀ ਐਪਲੀਕੇਸ਼ਨ ਹੈ, ਚਾਹੇ ਫੂਡ ਆਰਡਰ ਦੀ ਐਪਲੀਕੇਸ਼ਨ ਹੈ, ਚਾਹੇ ਕੋਈ ਚੈਟਿੰਗ ਐਪਲੀਕੇਸ਼ਨ ਹੈ। ਉਹਦੇ ਵਿੱਚ ਚਾਹੇ ਆਪਾਂ ਆਪਣਾ ਰਜਿਸਟਰ ਫਾਰਮ ਦੇ ਵਿੱਚ ਨਾਮ ਫਿਲ ਕਰਦੇ ਹਾਂ, ਫੋਨ ਨੰਬਰ ਫਿਲ ਕਰਦੇ ਹਾਂ। ਅਗਰ ਕੋਈ ਆਰਡਰਿੰਗ ਦੀ ਐਪਲੀਕੇਸ਼ਨ ਹੈ, ਈ-ਕਾਮਰਸ ਵੈਬਸਾਈਟ ਹੈ, ਉਹਦੇ ਵਿੱਚ ਕੁਝ ਘਰ ਦਾ ਐਡਰੈਸ ਫਿਲ ਕਰਦੇ ਹਾਂ, ਡੇਟ ਆਫ ਬਰਥ ਫਿਲ ਕਰ ਰਹੇ ਹਾਂ ਐਂਡ ਆਪਣੀ ਲਾਈਕ ਐਂਡ ਡਿਸਲਾਈਕਸ ਉਹਦੇ ਵਿੱਚ ਮੈਂਸ਼ਨ ਕਰਦੇ ਹਾਂ। ਹੁੰਦਾ ਕੀ ਹੈ ਜਦੋਂ ਤੁਸੀਂ ਇਹ ਡੇਟਾ ਪ੍ਰੋਵਾਈਡ ਕੀਤੇ ਕਰ ਰਹੇ ਹੋ, ਹੁਣ ਇੱਕ ਸੋਸ਼ਲ ਮੀਡੀਆ ਦਾ ਲੈ ਲਈ ਐਗਜ਼ਾਮਪਲ, ਲੈ ਲਈ ਲਿੰਕਡਇਨ ਦੀ ਐਗਜ਼ਾਮਪਲ ਲੈ ਲਈ। ਸੋ ਲਿੰਕਡਇਨ ਇੱਕ ਬੜਾ ਪਪੂਲਰ ਇੱਕ ਪਲੇਟਫਾਰਮ ਹੈ ਲਾਈਕ ਕਾਰਪੋਰੇਟਸ ਲਈ, ਪ੍ਰੋਫੈਸ਼ਨਲਸ ਦੇ ਲਈ। ਉਹਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਸਾਰਾ ਡੇਟਾ ਉਹਨੂੰ ਪ੍ਰੋਵਾਈਡ ਕਰ ਦਿੱਤਾ, ਕੀ ਉਸ ਡੇਟਾ ਦੀ ਸਿਕਿਉਰਿਟੀ ਕਰ ਰਿਹਾ ਜਾਂ ਨਹੀਂ ਕਰ ਰਿਹਾ?
ਉਹਨੇ ਯੂਜ਼ਰਸ ਦੇ ਐਂਡ ਤੋਂ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਕਿ ਜਿੱਥੇ ਉਹਨੇ ਡੇਟਾ ਪ੍ਰੋਵਾਈਡ ਕੀਤਾ ਹੈ ਕਿ ਉਹ ਵਾਕਈ ਸੇਫ ਹੈ ਜਾਂ ਨਹੀਂ ਹੈ, ਕਿ ਵਾਕਈ ਉਹਨਾਂ ਨੇ ਡੇਟਾ ਪ੍ਰੋਟੈਕਟ ਕੀਤਾ ਹੈ। ਬਹੁਤ ਸਾਰੀ ਐਗਜ਼ਾਮਪਲ ਹੈ 2016 ਦੇ ਵਿੱਚ ਲਿੰਕਡਇਨ ਨੇ ਜਿੰਨੇ ਵੀ ਕਸਟਮਰ ਸੀਗੇ ਸਾਰਾ ਦਾ ਡੇਟਾ ਪਬਲਿਕਲੀ ਡਿਸਕਲੋਜ਼ ਕਰਤਾ। ਵੱਖ-ਵੱਖ ਸਮੇਂ ਤੇ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਫੇਸਬੁੱਕ ਦੇ ਓਨਰ ਜਿਹੜੇ ਨੇ ਮਾਰਕ ਜ਼ਕਰਬਰਗ, ਉਹਨਾਂ ਦੇ ਕੋਲੋਂ ਖੜ ਕੇ ਮਾਫੀ ਮੰਗਵਾਈ ਗਈ ਸੀ। ਬੱਚਿਆਂ ਵਾਲੇ ਮਾਮਲੇ ਦੇ ਵਿੱਚ ਆਪਾਂ ਦੇਖਿਆ ਸੀ, ਵੀਡੀਓ ਬਹੁਤ ਵੱਡੇ ਪੱਧਰ ਤੇ ਜਨਤਕ ਹੋਈ ਸੀ। ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਪਰ ਉਸ ਚੀਜ਼ ਦਾ ਆਮ ਲੋਕਾਂ ਤੱਕ ਪਹੁੰਚ ਨਹੀਂ ਹੁੰਦੀ। ਹੁਣ ਤੁਸੀਂ ਉਹੀ ਚੀਜ਼ ਸਮਝਾਇਆ ਰਹੇ ਸੀ ਕਿ ਕਿਵੇਂ ਸਾਰਾ ਕੁਝ ਹੁੰਦਾ। ਜਰਾ ਇਸ ਚੀਜ਼ ਤੇ ਚਾਨਣਾ ਪਾਇਓ ਕਿ ਕੀ ਉਹਨਾਂ ਨੂੰ ਫਿਰ ਕਟਹਿਰੇ 'ਚ ਖੜਾ ਵੀ ਕੀਤਾ ਜਾ ਸਕਦਾ ਜੇ ਸਿਕਿਉਰਿਟੀ ਤਾਂ ਬ੍ਰੀਚ ਹੋ ਗਈ, ਸਾਡੇ ਤੱਕ ਤਾਂ ਉਹ ਜਾਣਕਾਰੀ ਨਹੀਂ ਪਹੁੰਚੀ। ਜਿਹੜਾ ਖਬਰਾਂ ਨਾਲ ਸੰਬੰਧ ਰੱਖਦਾ ਹੈ ਉਹ ਕਰ ਲਊਗਾ, ਉਹ ਕੁਝ ਕਰ ਲਊਗਾ, ਪਰ ਜਿਹੜਾ ਆਮ ਨਾਗਰਿਕ ਹੈ ਉਹ ਕੀ ਕਰੇ ਫਿਰ? ਦੇਖੋ ਇਹਦੇ ਵਿੱਚ ਨਾ ਬਹੁਤ ਸਾਰੇ ਇਦਾਂ ਦੇ ਪਲੇਟਫਾਰਮਸ ਹੁੰਦੇ ਆ ਜੀ। ਪਲੇਟਫਾਰਮਸ ਦਾ ਕੰਮ ਕੀ ਹੁੰਦਾ ਆ ਕਿ ਜੇ ਲਿੰਕਡਇਨ ਨੇ ਡੇਟਾ ਬ੍ਰੀਚ ਕੀਤਾ, ਜੇ ਲਿੰਕਡਇਨ ਤੋਂ ਡੇਟਾ ਲੀਕ ਹੋਇਆ, ਜਾਂ ਮੈਂ ਹੋਰ ਕੰਪਨੀਆਂ ਦਾ ਲਾਉਂਗਾ 2021 ਵਿੱਚ ਡੋਮਿਨੋਜ਼ ਨੇ ਡੇਟਾ ਲੀਕ ਕੀਤਾ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਨੇ ਡੇਟਾ ਲੀਕ ਕੀਤਾ, ਇਦਾਂ ਦੇ ਕਾਮਨ ਪਲੇਟਫਾਰਮਸ ਹੁੰਦੇ ਆ ਜਿਹਦੇ ਤੇ ਜਾ ਕੇ ਐਂਡ ਯੂਜ਼ਰ ਕਸਟਮਰ ਆਪਣਾ ਡਾਟਾ ਫਿਲ ਕਰਕੇ ਚੈੱਕ ਕਰ ਸਕਦਾ ਕਿ ਉਹਦਾ ਕੋਈ ਡਾਟਾ ਲੀਕ ਹੋਇਆ ਜਾਂ ਨਹੀਂ ਹੋਇਆ। ਜਿਵੇਂ ਮੈਂ ਤੁਹਾਡੀ ਮੇਲ ਆਈਡੀ ਫਿਲ ਕਰਾਂਗਾ, ਮੈਂ ਚੈੱਕ ਕਰਕੇ ਦੱਸ ਦਾਂਗਾ ਕਿ ਤੁਹਾਡਾ ਕੋਈ ਅੱਜ ਤੱਕ ਡੇਟਾ ਲੀਕ ਹੋਇਆ ਜਾਂ ਨਹੀਂ ਹੋਇਆ, ਜੇ ਹੋਇਆ ਤਾਂ ਕਿਹੜੀ ਕੰਪਨੀ ਨੇ ਕੀਤਾ ਐਂਡ ਤੁਹਾਡਾ ਕੀ ਡੇਟਾ ਲੀਕ ਹੋਇਆ। ਉਹਦੇ ਨਾਲ ਕੀ ਹੋਊਗਾ, ਤੁਹਾਨੂੰ ਆਈਡੀਆ ਹੋ ਜਾਊਗਾ, ਅਵੇਅਰ ਹੋ ਜਾਊਗਾ ਕਿ ਇਹ ਮੇਰਾ ਡੇਟਾ ਕਿਤੇ ਪਬਲਿਕਲੀ ਪਿਆ ਹੈ। ਐਂਡ ਜੇ ਕੋਈ ਤੁਹਾਨੂੰ ਕਾਲ ਕਰਦਾ ਹੈ ਕਿ ਹਾਂਜੀ ਮੈਂ ਪਲਵਿੰਦਰ ਨਾਲ ਗੱਲ ਕਰ ਰਿਹਾ, ਤਾਂ ਮੈਂ ਕਹੂੰਗਾ ਹਾਂਜੀ, ਉਹ ਮੇਰਾ ਡੇਟ ਆਫ ਬਰਥ ਬੋਲੇਗਾ, ਮੇਰੇ ਫੈਮਿਲੀ ਨੇਮਸ ਬੋਲੇਗਾ, ਮੇਰਾ ਐਡਰੈਸ ਬੋਲੇਗਾ। ਤਾਂ ਜੇ ਮੈਂ ਉਹ ਚੀਜ਼ ਦੇਖੀ ਹੋਏਗੀ, ਮੈਨੂੰ ਜ਼ਰੂਰ ਆਈਡੀਆ ਹੋਏਗਾ ਕਿ ਇਹ ਕੋਈ ਸਕੈਮਰ ਹੋ ਸਕਦਾ ਹੈ ਜਿਹਨੇ ਪਬਲਿਕਲੀ ਡੇਟਾ ਜੋ ਬ੍ਰੀਚ ਹੋਇਆ ਸੀ ਉਹ ਤੋਂ ਮੇਰੀ ਇਨਫੋਰਮੇਸ਼ਨ ਪਿਕ ਕੀਤੀ ਹੈ ਜੀ। ਸੋ ਯੂਜ਼ਰਸ ਕੈਨ ਗੋ ਐਂਡ ਚੈੱਕ, ਲਾਈਕ ਉੱਥੇ ਜਾ ਕੇ ਚੈੱਕ ਕਰ ਸਕਦੇ ਆ। ਬਹੁਤ ਸਾਰੇ ਇਦਾਂ ਦੇ ਅੱਛੇ ਪਲੇਟਫਾਰਮਸ ਹੈਗੇ ਤੇ ਉਹ ਚੈੱਕ ਕਰਨ ਤੋਂ ਬਾਅਦ ਕੀ ਇੱਕ ਆਮ ਯੂਜ਼ਰਸ ਦੇ ਹੱਥ ਵਿੱਚ ਕੋਈ ਇਹੋ ਜੀ ਪਾਵਰ ਹੈ ਜਿਹਦੇ ਨਾਲ ਉਹ ਸਿਕਿਉਰਿਟੀ ਬ੍ਰੀਚ ਕਰਨ ਵਾਲੀ ਜਿਹੜੀ ਕੰਪਨੀ ਹੈ, ਫਰਮ ਹੈ, ਜਿਹਨੇ ਅੱਗੇ ਡਾਟਾ, ਕਿਉਂਕਿ ਡਾਟੇ ਨੂੰ ਹੀ ਅੱਜ ਕੱਲ ਮੁੱਲਵਾਨ ਸਮਝਿਆ ਜਾਂਦਾ। ਜੇ WhatsApp ਦੀ ਗੱਲ ਕਰਦੇ ਆ, ਕਹਿੰਦੇ WhatsApp ਕਮਾਈ ਕਿੱਥੋਂ ਕਰਦਾ ਹੈ ਜੀ? WhatsApp ਦਾ ਮੇਨ ਕਮਾਈ ਦਾ ਸੋਰਸ ਤਾਂ ਸਿਰਫ ਡਾਟਾ ਹੈ, ਜਿਹੜਾ ਲੋਕਾਂ ਦੇ ਲਾਈਕਸ ਡਿਸਲਾਈਕਸ ਉਹਨੂੰ ਪਤਾ ਲੱਗਦੇ ਨੇ। Facebook ਤੇ ਤਾਂ ਚਲੋ ਐਡ ਸਿਸਟਮ, ਮੋਨੇਟਾਈਜ਼ ਸਿਸਟਮ ਆ ਚੁੱਕਿਆ ਹੈ, ਪਰ WhatsApp ਜਾਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਰਵਿਸ ਤਾਂ ਦੇ ਰਹੀਆਂ ਨੇ, ਸਾਨੂੰ ਲੱਗਦਾ ਫ੍ਰੀ ਚ ਹੈ, ਪਰ ਉਹਦੇ ਬਦਲੇ ਅਸੀਂ ਸਾਡਾ ਸਭ ਤੋਂ ਕੀਮਤੀ ਡਾਟਾ ਉਹਨਾਂ ਨੂੰ ਦੇ ਰਹੇ ਹੁੰਦੇ ਆ। ਕੱਲੀ ਗੱਲ ਸਾਡੀ ਉਹਨਾਂ ਦੇ ਕੋਲ ਜਾ ਰਹੀ ਹੁੰਦੀ ਹੈ। ਅਸੀਂ ਜੇ ਕਿਸੇ ਆਪਣੇ ਪਾਰਟਨਰ ਨਾਲ ਵੀ ਬਹੁਤ ਸੀਕ੍ਰੀਟ ਗੱਲ ਕਰ ਰਹੇ ਹੁੰਦੇ ਆ, ਪਰਸਨਲ ਰਿਲੇਸ਼ਨਸ਼ਿਪ ਦੀ, ਉਹ ਵੀ ਉਹਨਾਂ ਤੋਂ ਜਾ ਰਹੀ ਹੁੰਦੀ ਹੈ। ਇਹੋ ਜਿਹੇ ਦੇ ਵਿੱਚ ਇੱਕ ਆਮ ਨਾਗਰਿਕ ਕੀ ਕਰ ਸਕਦਾ? ਮੇਰਾ ਸਵਾਲ ਉਹ ਸੀ। ਦੇਖੋ ਸਭ ਤੋਂ ਇੰਪੋਰਟੈਂਟ ਹੈ ਕਿ ਜੇ ਤਾਂ ਅਸੀਂ ਸੋਚੀਏ ਕਿ 100% ਸਿਕਿਉਰਿਟੀ ਹੈ, ਮੈਂ ਚਾਹੁੰਦਾ ਮੇਰਾ ਨਾ ਤਾਂ ਡਾਟਾ ਕਿਤੇ ਜਾਵੇ, ਨਾ ਹੀ ਮੇਰੀ ਪਰਸਨਲ ਇਨਫੋਰਮੇਸ਼ਨ ਕਿਸੇ ਕੰਪਨੀ ਕੋਲ ਜਾਵੇ, ਨਾ ਹੀ ਉਹਨਾਂ ਨੂੰ ਨਹੀਂ ਪਤਾ ਚੱਲੇ ਕਿ ਪਲਵਿੰਦਰ ਨੂੰ ਜੇ ਬੂਟ ਪਸੰਦ ਹੈ ਉਹ ਬਲੈਕ ਕਲਰ ਦੇ ਪਸੰਦ ਹੈ ਕਿ ਬਰਾਊਨ ਵਾਲੇ ਪਸੰਦ ਹੈ। ਜੇ ਆ ਡਾਟਾ ਮੈਂ ਚਾਹੁੰਦਾ ਕਦੀ ਕਿਤੇ ਨਾ ਜਾਏ। ਸਭ ਤੋਂ ਸੌਖਾ ਹੈ ਕਿ ਸਾਨੂੰ ਫੋਨ ਨਹੀਂ ਯੂਜ਼ ਕਰਨੇ ਚਾਹੀਦੇ। ਜੇ ਅਸੀਂ ਫੋਨ ਯੂਜ਼ ਕਰ ਰਹੇ ਹਾਂ, ਸਭ ਤੋਂ ਪਹਿਲਾਂ ਲਾਈਕ ਫੋਨ ਦੇ ਵਿੱਚ ਜਦੋਂ ਆਪਾਂ ਇੰਸਟਾਲ ਕੀਤਾ, ਇੱਥੇ ਇੱਕ ਚੀਜ਼ ਕਨਫਰਮ ਕਰ ਦਿਓ, ਫੋਨ ਜਾਂ ਸਮਾਰਟਫੋਨ? ਨਹੀਂ, ਦੋਨੋਂ ਹੀ ਆ। ਇਹਦੇ ਵਿੱਚ ਕੋਈ ਉਹ ਹੱਲ ਨਹੀਂ ਹੈਗਾ। ਜਿਹੜੇ ਅੱਗੇ ਚੱਲਦੇ ਸੀ ਆਪਾਂ ਕਹਿੰਦੇ ਬਟਨਾ ਵਾਲੇ, ਉਹ ਵੀ ਕਰਦੇ ਨੇ। ਬੜਾ ਇੱਕ ਕੰਪਲਿਕੇਟਿਡ ਕੁਐਸਚਨ ਹੈ, ਇਹਨੂੰ ਮੈਂ ਆਸਾਨ ਭਾਸ਼ਾ 'ਚ ਐਕਸਪਲੇਨ ਕਰਾਂ। ਅੱਜ ਤੋਂ ਕੁਝ ਸਾਲ ਪਹਿਲਾਂ ਟਾਂਗੇ ਚੱਲਦੇ ਸੀ, ਸਾਈਕਲ ਚੱਲਦੇ ਸੀਗੇ, ਠੀਕ ਹੈ। ਉਹਦਾ ਸੋਲੂਸ਼ਨ ਆਇਆ ਕਿ ਥੋੜਾ ਐਡਵਾਂਸ ਵਧੀਆ ਸੀ, ਅਸੀਂ ਕਾਰਾਂ ਲੈ ਕੇ ਆਏ, ਠੀਕ ਹੈ, ਲਾਈਕ ਜਹਾਜ਼ ਲੈ ਕੇ, ਐਰੋਪਲੇਨਸ ਆ ਗਏ ਐਂਡ, ਠੀਕ ਹੈ। ਹੁਣ ਦੋਨੋਂ ਜੇ ਕੰਪੇਅਰ ਕਰਾਂ, ਠੀਕ ਹੈ, ਜੇ ਮੈਂ ਇੱਥੋਂ ਕਿਤੇ ਦਿੱਲੀ ਤੱਕ ਜਾਣਾ ਹੋਵੇ, ਹੁਣ ਜੇ ਮੈਂ ਸਾਈਕਲ ਤੇ ਜਾਊਂਗਾ ਉਹ ਬੈਟਰ ਹੈ ਜਾਂ ਕਾਰ ਤੇ ਜਾਊਂਗਾ ਉਹ ਬੈਟਰ ਹੈ? ਹੁਣ ਇਹਦਾ ਆਨਸਰ ਹੈ ਕਾਰ ਤੇ ਜਾਊਂਗਾ। ਹੁਣ ਇਹਦਾ ਇੱਕ ਸਾਈਡ ਆਪਾਂ ਦੇਖ ਲਈ, ਹੁਣ ਜੇ ਮੈਂ ਦੂਜੀ ਸਾਈਡ ਦੇਖਾਂ ਕਿ ਕਾਰ ਤਾਂ ਬੈਟਰ ਹੈ, ਹੁਣ ਜੇ ਐਕਸੀਡੈਂਟ ਸਾਈਕਲ ਵਾਲੇ ਦਾ ਹੋਊਗਾ, ਜੋ ਦੋ ਸਾਈਕਲ ਟਕਰਾਣਗੇ, ਉਹਦਾ ਜ਼ਿਆਦਾ ਨੁਕਸਾਨ ਹੋਊਗਾ ਜਾਂ ਦੋ ਕਾਰਾਂ ਦਾ ਨੁਕਸਾਨ ਹੋਏਗਾ? ਸੋ ਇਟਸ ਲਾਈਕ ਕਾਰਾਂ ਦਾ ਹੀ ਆਬਵੀਅਸਲੀ ਨੁਕਸਾਨ ਹੋਏਗਾ। ਇਹੀ ਚੀਜ਼ਾਂ ਇਹਦੇ ਵਿੱਚ ਹੈ ਕਿ ਜੇ ਮੈਂ ਕਹਾਂ ਕਿ ਮੈਂ ਸਮਾਰਟਫੋਨਸ ਛੱਡ ਕੇ ਮੈਂ ਬਲੈਕ ਐਂਡ ਵਾਈਟ ਵਾਲੇ ਫੋਨ ਤੇ ਸ਼ਿਫਟ ਹੋ ਜਾਵਾਂ, ਉਸ ਤੋਂ ਬਾਅਦ ਜੇ ਤੁਸੀਂ ਕਿਸੇ ਨਾਲ ਬਾਹਰ ਗੱਲ ਕਰਨੀ ਹੈ, ਬਾਹਰ ਬੈਠੇ ਕਿਸੇ ਰਿਲੇਟਿਵ ਨਾਲ ਕਰਨੀ ਹੈ, ਉਸ ਟਾਈਮ ਦੇ ਵਿੱਚ ਫਿਰ ਜਦੋਂ ਫੋਰਨ ਬੈਠੇ ਬੱਚੇ ਨਾਲ ਗੱਲ ਕਰਨੀ ਹੁੰਦੀ ਸੀ, ਜਾਂ ਤਾਂ ਲਾਈਕ ਚਿੱਠੀ ਆਉਂਦੀ ਸੀ ਜਾਂ ਫਿਰ ਬਲੈਕ ਐਂਡ ਵਾਈਟ ਫੋਨ ਤੇ ਕਦੀ ਕਦਾਈ ਕਾਲਸ ਆਉਂਦੀਆਂ ਸੀਗੀਆਂ। ਅੱਜ ਸਾਡੇ ਬੱਚੇ, ਸਾਡੇ ਬ੍ਰਦਰ, ਸਾਡੇ ਸਿਸਟਰਸ ਬਾਹਰ ਬੈਠੀਆਂ ਐਂਡ ਮਾਰਨਿੰਗ ਈਵਨਿੰਗ ਅਸੀਂ ਉਹਨਾਂ ਨਾਲ ਗੱਲ ਕਰੀਦੀ ਹੈ, ਅਸੀਂ ਦੇਖੀਦਾ ਕਿ ਠੀਕ ਠਾਕ ਹੈ ਜਾਂ ਨਹੀਂ ਹੈ। ਹੁਣ ਦੇਖੋ ਇਹਦਾ ਸੁੱਖ ਵੀ ਹੈ। ਹੁਣ ਜੇ ਮੈਂ ਕਹਾਂ ਕਿ ਮੇਰਾ ਡਾਟਾ ਵੀ ਕਿਸੇ ਕੰਪਨੀ ਦੇ ਥਰੂ ਨਹੀਂ ਜਾਣਾ ਚਾਹੀਦਾ, ਹੁਣ ਜਦੋਂ ਵੀਡੀਓ ਕਾਲ ਤੇ ਆਪਾਂ ਗੱਲ ਕਰ ਰਹੇ ਹਾਂ, ਉਹ ਡਾਟਾ ਕਿਹਦੇ ਥਰੂ ਹੋ ਕੇ ਜਾ ਰਿਹਾ? ਜੇ ਮੈਂ WhatsApp ਦੀ ਗੱਲ ਕਰਾਂ, ਉਹਨਾਂ ਦੇ ਸਰਵਰ ਦੇ ਥਰੂ ਹੋ ਕੇ ਜਾ ਰਿਹਾ। ਪਰ ਜਾਂ ਤਾਂ ਉਹ ਚੀਜ਼ਾਂ ਛੱਡਣੀਆਂ ਪੈਣੀਆਂ ਸਾਨੂੰ, ਤਾਂ ਆਪਾਂ ਨੂੰ ਬਲੈਕ ਐਂਡ ਵਾਈਟ ਤੇ ਆਉਣਾ ਪੈਣਾ ਹੈ। ਬਟ ਜੇ ਉਹ ਵੀ ਚਾਹੀਦਾ ਹੈ ਤਾਂ ਫਿਰ ਤਾਂ ਕੋਈ ਨਾ ਕੋਈ ਸਾਧਨ ਚਾਹੀਦਾ ਹੀ ਆਪਾਂ ਨੂੰ ਕਿ ਜਿਹਦੇ ਥਰੂ ਡੇਟਾ ਜਾਵੇ।
ਜਾਂ ਤਾਂ ਸਾਨੂੰ WhatsApp ਛੱਡਣਾ ਪੈਣਾ ਹੈ, ਸਮਾਰਟਫੋਨ ਛੱਡਣਾ ਪੈਣਾ ਹੈ, ਜਾਂ ਸਾਨੂੰ ਵੀਡੀਓ ਕਾਲ ਛੱਡਣੀਆਂ ਪੈਣੀਆਂ, YouTube ਛੱਡਣਾ ਪੈਣਾ ਹੈ। ਠੀਕ ਹੈ, ਬਟ ਉਸੇ ਆਡੀਅנס ਲਈ ਆਪਾਂ ਕੰਟੈਂਟ ਬਣਾ ਰਹੇ ਹਾਂ ਜਿਹੜੇ ਸਮਾਰਟਫੋਨ ਯੂਜ਼ ਕਰ ਰਹੇ ਆ। ਸਭ ਤੋਂ ਪਹਿਲਾਂ ਤਾਂ ਆਪਾਂ ਹੀ ਜੌਬਲੈਸ ਹੋ ਜਾਣਾ ਆ ਜੇ ਯੂਜ਼ਰਸ ਹੀ ਸਾਰੇ ਬਲੈਕ ਐਂਡ ਵਾਈਟ ਫੋਨ ਤੇ ਆ ਜਾਵਾਂਗੇ ਤਾਂ YouTube ਤੇ ਵੀਡੀਓ ਪਾਉਂਦੀ ਹੈ ਕਿਸੇ ਸੋਸ਼ਲ ਮੀਡੀਆ ਤੇ ਆਪਾਂ ਨੂੰ ਅਵੇਅਰ ਕਰਨ ਦਾ ਮੌਕਾ ਹੀ ਨਹੀਂ ਮਿਲਣਾ। ਵੈਸੇ ਆਪਾਂ ਜਿਹੜੀ ਸਾਈਬਰ ਸੁਰੱਖਿਆ ਦੀ ਗੱਲ ਕਰ ਰਹੇ ਹਾਂ, ਇਸ ਦੇ ਵਿੱਚ ਅੱਜ ਕੱਲ ਜੋ ਦੌਰ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਸੋਸ਼ਲ ਮੀਡੀਆ ਤੇ ਫੇਮਸ ਹੋਣ ਦੇ ਲਈ ਕਈ ਵਾਰੀ ਬਹੁਤ ਗਲਤ ਤਰੀਕੇ ਵਰਤੇ ਜਾਂਦੇ ਨੇ, ਨਿਊਡਿਟੀ ਪ੍ਰਮੋਟ ਕੀਤੀ ਜਾਂਦੀ ਹੈ, ਵਾਇਲੈਂਸ ਪ੍ਰਮੋਟ ਕੀਤੀ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਤੇ ਛਾਨਣਾ ਲਾਉਣ ਦੀ ਕਈ ਵਾਰ ਸਰਕਾਰ ਕੋਸ਼ਿਸ਼ ਕਰਦੀ ਹੈ। ਬਹੁਤ ਸਾਰੇ ਲਾਅ ਬਣਾਏ ਜਾਂਦੇ ਨੇ ਕਿ ਤੁਸੀਂ ਵਲਗੈਰਿਟੀ ਜੇ ਫੈਲਾ ਸਕਦੇ ਹੋ ਕਿੱਥੇ ਤੱਕ ਫੈਲਾ ਸਕਦੇ ਹੋ, ਨਿਊਡਿਟੀ ਫੈਲਾ ਸਕਦੇ ਹੋ ਕਿੱਥੇ ਤੱਕ ਫੈਲਾ ਸਕਦੇ ਹੋ, ਜੇਕਰ ਤੁਸੀਂ ਕਿਸੇ ਦੇ ਅਗੇਂਸਟ ਬੋਲਣਾ ਹੈ ਕਿੱਥੇ ਤੱਕ ਬੋਲ ਸਕਦੇ ਹੋ। ਸਾਰੀਆਂ ਚੀਜ਼ਾਂ ਨੂੰ ਮੋਨੀਟਰ ਕੀਤਾ ਜਾਂਦਾ ਹੈ। ਪਰ ਫਿਰ ਵੀ ਅੱਜ ਦੇ ਦੌਰ ਦੇ ਵਿੱਚ ਕਈ ਲੋਕ ਫੇਮਸ ਹੋਣ ਦੇ ਲਈ ਕਿਸੇ ਦਾ ਮੂੰਹ ਲਗਾ ਕੇ ਕਿਸੇ ਤਰੀਕੇ ਦੀ ਵੀਡੀਓ ਬਣਾ ਲੈਂਦੇ ਨੇ। AI ਨੇ ਉਸ ਨੂੰ ਹੋਰ ਐਡਵਾਂਸ ਕਰ ਦਿੱਤਾ ਹੈ। ਜਿੱਥੇ ਫਾਇਦੇ ਨੇ ਉੱਥੇ AI ਨੁਕਸਾਨ ਵੀ ਕਰ ਰਹੀ ਹੈ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਸੇ ਵੀ ABCD ਵਿਅਕਤੀ ਦੀ, ਮੰਨ ਲਓ ਕਿਸੇ ਪਰਸਨਲ ਵਿਅਕਤੀ ਦੀ ਵੀਡੀਓ ਜਨਤਕ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਪਰ, ਤਾਂ ਉਹ ਪਹਿਲੇ ਨੰਬਰ ਤੇ ਤਾਂ ਤੈਸ਼ 'ਚ ਆ ਜਾਂਦਾ ਹੈ, ਦੂਸਰੇ ਨੰਬਰ ਤੇ ਉਹ ਸੋਚਦਾ ਹੈ ਕਿ ਮੈਂ ਸਮਾਜ ਦੇ ਵਿੱਚ ਕਿਵੇਂ ਵਿਚਰੂੰਗਾ, ਮੂੰਹ ਕਿਵੇਂ ਦਿਖਾਊਂਗਾ। ਇਹ ਸਾਰਿਆਂ ਦੇ ਵਿੱਚ ਕਾਨੂੰਨੀ ਪਹਿਲੂ ਕੀ ਕਹਿੰਦਾ ਹੈ? ਜਦੋਂ ਸਾਈਬਰ ਕ੍ਰਾਈਮ ਹੋ ਜਾਂਦਾ ਹੈ ਇਸ ਤਰੀਕੇ ਦਾ, ਤਾਂ ਉਸ ਦੇ ਵਿੱਚ ਉਸ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਜਿਸ ਦੇ ਨਾਲ ਅਜਿਹਾ ਹੋਇਆ ਹੈ? ਕਿਉਂਕਿ ਪਹਿਲੇ ਨੰਬਰ ਤੇ ਤਾਂ ਉਹ ਮੂੰਹ ਲੁਕਾਉਂਦਾ ਹੈ, ਉਹ ਕਿਤੇ ਜਾਣ ਨੂੰ ਪਹਿਲ ਨਹੀਂ ਦਿੰਦਾ। ਕਿ ਉਹ ਘਰੋਂ ਬੈਠੇ ਕੋਈ ਸ਼ਿਕਾਇਤ ਕਰ ਸਕਦਾ ਹੈ? ਕਿ ਉਹ ਘਰੋਂ ਬੈਠੇ ਕੋਈ ਉਹਦੇ ਕੋਲ ਹੱਥ 'ਚ ਹੁੰਦੀ ਹੈ ਪਾਵਰ ਇਹੋ ਜੀ? ਦੇਖੋ, ਇਹਦੇ ਵਿੱਚ ਬੜਾ ਇੰਪੋਰਟੈਂਟ ਹੈ ਕਿ ਇਹਦੇ ਵਿੱਚ ਰਿਸਪੌਂਸਿਬਲ ਕੌਣ ਹੈ। ਠੀਕ ਹੈ, ਜੇ ਅਸੀਂ ਕਹੀਏ ਕਿ ਇਕੱਲੀ ਆਡੀਅנס ਰਿਸਪੌਂਸਿਬਲ ਹੈ ਉਹ ਵੀ ਗਲਤ ਹੈ। ਜੇ ਕਹੀਏ ਤੇ ਬਣਾਉਣ ਵਾਲਾ, ਇਹਦੇ ਵਿੱਚ ਦੇਖੋ ਮਲਟੀਪਲ ਫੈਕਟਰਸ ਆ ਜਾਂਦੇ। ਸਭ ਤੋਂ ਪਹਿਲਾਂ ਜਿਹੜੇ ਪਰਸਨ ਨੇ ਵੀਡੀਓ ਸ਼ੂਟ ਕੀਤੀ ਜਾਂ ਉਹਦੀ ਐਡੀਟਿਡ ਵੀਡੀਓ ਆਈ ਜਾਂ ਜੋ ਵੀ ਉਹਦਾ ਰੀਜ਼ਨ ਹੋਊਗਾ, ਉਹ ਪਰਸਨ ਨੇ ਜੇ ਤਾਂ ਸ਼ੂਟ ਕੀਤੀ ਹੈ ਉਹ ਰਿਸਪੌਂਸਿਬਲ ਹੈਗਾ ਕਿ ਉਹਨੇ ਇਦਾਂ ਦੀ ਵੀਡੀਓ ਕਿਉਂਕਿ ਫੋਨ ਦੇ ਵਿੱਚ ਅਸੀਂ ਕੋਈ ਵੀਡੀਓ ਸ਼ੂਟ ਕਰ ਰਹੇ ਹਾਂ ਜਾਂ ਫੋਟੋ ਕਲਿੱਕ ਕਰ ਰਹੇ ਹਾਂ, ਇਹ ਜ਼ਰੂਰ ਮਾਈਂਡ 'ਚ ਰੱਖਣਾ ਚਾਹੀਦਾ ਕਿ ਉਹ ਡਾਟਾ ਪਬਲਿਕਲੀ ਆ ਸਕਦਾ ਹੈ। ਇੱਕ ਫੋਟੋ ਮੈਂ ਯੂਜ਼ਰਸ ਨੂੰ ਜ਼ਰੂਰ ਕਹਾਂਗਾ, ਜੇ ਤੁਸੀਂ ਫੋਟੋ ਕਲਿੱਕ ਕਰਨ ਲੱਗਿਆ ਨਾ, 1 ਸੈਕਿੰਡ ਲਈ ਮਾਈਂਡ 'ਚ ਲਿਆਓ ਕਿ ਆਹ ਡੇਟਾ ਜੇ ਪਬਲਿਕਲੀ ਆ ਜਾਊਗਾ ਤਾਂ ਕੀ ਉਹ ਵਾਕਈ ਠੀਕ ਹੈ ਜਾਂ ਨਹੀਂ ਠੀਕ ਹੈ। ਠੀਕ ਹੈ, ਸੈਕਿੰਡ ਹੈ ਜੇ ਇੱਦਾਂ ਦੀ ਕੋਈ ਵੀਡੀਓ ਆ ਜਾਂਦੀ ਹੈ, ਇਹ ਬੜਾ ਇੰਪੋਰਟੈਂਟ ਹੈ ਕਿ ਅੱਜ ਕੱਲ੍ਹ ਇੱਦਾਂ ਵੀ ਪੋਸੀਬਲ ਹੈ ਕਿ ਇਕੱਲਾ ਫੇਸ ਚੇਂਜ ਹੋ ਜਾਏ। ਠੀਕ ਹੈ, ਫੇਸ ਚੇਂਜ ਹੋਣ ਦਾ ਮਤਲਬ ਅੱਜ ਤੋਂ ਕੁਝ ਸਾਲ ਪਹਿਲਾਂ ਹੁੰਦਾ ਸੀ ਕਿ ਫੋਟੋਸ਼ਾਪ ਨਾਲ ਇੱਕ ਫੇਸ ਲਗਾ ਦਿੱਤਾ ਜਾਂਦਾ ਸੀਗਾ, ਬਟ ਉਹ ਇੰਨਾ ਵਧੀਆ ਨਹੀਂ ਹੁੰਦਾ ਸੀ, ਉਹ ਤੋਂ ਆਇਡੈਂਟੀਫਾਈ ਐਨੀਮੇਟ ਨਹੀਂ ਹੋ ਪਾਉਂਦਾ ਸੀ। ਠੀਕ ਹੈ, ਐਨੀਮੇਟ ਨਹੀਂ ਹੋ ਪਾਉਂਦਾ ਸੀਗਾ, ਉਹਦੀ ਵੀਡੀਓਜ਼ 'ਚ ਨਹੀਂ ਆਉਂਦੇ, ਉਹਦੀ ਫੋਟੋਜ਼ ਆਉਂਦੀਆਂ ਸੀਗੀਆਂ, ਤਾਂ ਉਹ ਤੋਂ ਆਇਡੈਂਟੀਫਾਈ ਹੋ ਜਾਂਦਾ ਸੀਗਾ ਕਿ ਉਹ ਰੀਅਲ ਹੈ ਜਾਂ ਫੇਕ ਹੈ। ਬਟ AI ਨੇ ਇਹਨੂੰ ਹੋਰ ਐਡਵਾਂਸ ਕਰਤਾ ਯੂਜ਼ਿੰਗ ਅ ਫੀਚਰ ਕਾਲਡ ਇਟ ਐਜ਼ ਡੀਪ ਫੇਕ। ਹੁਣ ਡੀਪ ਫੇਕ ਦੇ ਵਿੱਚ ਕੀ ਹੋ ਗਿਆ, ਉਹਦਾ ਫੇਸ ਜਿਵੇਂ ਮੇਰੀਆਂ ਆਈਜ਼ ਬਲਿੰਕ ਹੋ ਰਹੀਆਂ ਹੈ, ਉਹ ਬਿਲਕੁਲ ਵੀਡੀਓ ਆਊਗੀ ਉਹਦੇ ਵਿੱਚ ਆਈਜ਼ ਬਲਿੰਕ ਹੋ ਗਈਆਂ। ਜਿਵੇਂ ਮੈਂ ਲਿਪਸ ਮੂਵਮੈਂਟ ਮੇਰੀ ਚੱਲ ਰਹੀ ਹੈ, ਮੈਂ ਬੋਲ ਰਿਹਾ ਜਾਂ ਹੱਥਾਂ ਦਾ ਐਕਸਪ੍ਰੈਸ ਕਰ ਰਿਹਾ ਜਾਂ ਸਮਾਈਲ ਕਰ ਰਿਹਾ ਜਾਂ ਗੁੱਸੇ ਵਾਲਾ ਫੇਸ ਹੈ, ਉਹ ਸਾਰੇ ਐਕਸਪ੍ਰੈਸ਼ਨਸ ਵੀ ਉਹਦੇ ਵਿੱਚ ਆਉਣਗੇ ਜੀ। ਠੀਕ ਹੈ, AI ਦੇ ਜਿੱਥੇ ਫਾਇਦੇ ਆ ਉੱਥੇ ਕੁਝ ਇਦਾਂ ਦੇ ਨੁਕਸਾਨ ਵੀ ਉਹਦੇ ਵਿੱਚ ਹੈਗੇ ਆ। ਸੋ ਇਦਾਂ ਦੀ ਅਗਰ ਕੋਈ ਵੀਡੀਓ ਕਿਸੇ ਦੀ ਲੀਕ ਹੋ ਰਹੀ ਹੈ, ਸਭ ਤੋਂ ਪਹਿਲਾਂ ਤਾਂ ਪਰਸਨ ਨੂੰ ਚਾਹੀਦਾ ਹੈ ਕਿ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਜੇ ਡੇਟਾ ਪਬਲਿਕਲੀ ਆ ਹੀ ਗਿਆ, ਇਹਦੇ ਵਿੱਚ ਉਹ ਨਹੀਂ ਹੈਗਾ ਕਿ ਉਹਨੂੰ ਜ਼ਿੰਦਗੀ ਨਹੀਂ ਜੀਊਗਾ। ਠੀਕ ਹੈ, ਐਜ਼ ਅ ਯੂਜ਼ਰਸ ਵੀ ਸਾਡੀ ਇੱਕ ਸੋਸ਼ਲ ਰਿਸਪੌਂਸਿਬਿਲਿਟੀ ਕਹਿ ਲਓ, ਕਿਉਂਕਿ ਇਕੱਲੀ ਵੀਡੀਓ ਦੀ ਗੱਲ ਨਹੀਂ ਹੈ, ਕੱਲ ਨੂੰ ਕਿਸੇ ਦੀ ਚੈਟ ਵੀ ਆ ਸਕਦੀ ਹੈ, ਕੱਲ ਨੂੰ ਕਿਸੇ ਦੇ ਫੋਨ ਦੇ ਸਾਰੇ ਕੰਟੈਕਟਸ ਵੀ ਆ ਸਕਦੇ ਆ, ਕੱਲ ਨੂੰ ਫੋਨ ਦੀ ਸਾਰੀ ਗੈਲਰੀ ਆ ਸਕਦੀ ਹੈ। ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਜਿਵੇਂ ਮੈਂ ਗੱਲ ਕਰਾਂ ਕਿ ਪਾਸਵਰਡਸ ਦੀ ਗੱਲ ਕਰੀਏ ਕਿ ਅੱਜ ਮੰਨ ਲਓ ਕਿਸੇ ਦੀ ਵੀਡੀਓ ਆ ਗਈ, ਠੀਕ ਹੈ, ਅਸੀਂ ਜ਼ਰੂਰ ਉਹਨੂੰ ਕਹਿੰਦੇ ਆ ਕਿ ਤੁਸੀਂ ਆ ਬਣਾਉਣੀ ਨਹੀਂ ਚਾਹੀਦੀ ਸੀਗੀ। ਠੀਕ ਹੈ, ਇੱਕ ਮਿਸਟੇਕ ਉਹ ਪਰਸਨ ਰਿਸਪੌਂਸਿਬਲ ਹੈ। ਸੈਕਿੰਡ ਹੈ ਕਿ ਅਸੀਂ ਉਹਨੂੰ ਪੁਸ਼ ਕਰਨ ਦੀ ਬਜਾਏ, ਉਹਨੂੰ ਬਾਰ-ਬਾਰ ਗਲਤ ਕਹਿਣ ਦੀ ਬਜਾਏ, ਉਹਨੂੰ ਇਹ ਵੀ ਜ਼ਰੂਰ ਕਹੀਏ ਕਿ ਹੁਣ ਜਿਹੜੀ ਗਲਤੀ ਹੋ ਗਈ ਹੈ ਉਹਨੂੰ ਥੋੜਾ ਸਾਈਕੋਲੋਜੀਕਲੀ ਸਪੋਰਟ ਵੀ, ਕਾਉਂਸਲਿੰਗ ਵੀ ਜ਼ਰੂਰੀ ਹੈ। ਕਿਉਂਕਿ ਇਦਾਂ ਦੇ ਕੇਸ ਮੇਰੇ ਕੋਲ ਆ ਚੁੱਕੇ ਹੈ ਜਿਹਦੇ ਵਿੱਚ ਜਦੋਂ ਕ੍ਰਾਈਮ ਹੋਇਆ ਦ ਪਰਸਨ ਵਾਜ਼ ਅਬਾਊਟ ਟੂ ਡੂ ਸੁਸਾਈਡ। ਹੁਣ ਉਹ ਚੀਜ਼ ਹੱਲ ਨਹੀਂ ਹੈਗੀ। ਦ ਪਰਸਨ ਅਗਰ ਕੋਈ ਇਦਾਂ ਕਰਨ ਜਾਵੇ, ਉਹ ਹੱਲ ਨਹੀਂ ਹੈ, ਉਹਦੀ ਕਾਉਂਸਲਿੰਗ ਕਰਨੀ ਪੈਣੀ ਹੈ। ਠੀਕ ਹੈ, ਜੇ ਇੱਕ ਉਹਦੇ ਕੋਲ ਆ ਚੀਜ਼ ਹੋ ਗਈ ਹੈ। ਸੈਕਿੰਡ ਹੈ ਕਿ ਜੇ ਅਸੀਂ ਉਹਨੂੰ ਬਾਰ-ਬਾਰ ਇਹੀ ਪੁਸ਼ ਕਰੀ ਜਾਵਾਂਗੇ ਕਿ ਇਹ ਤੂੰ ਜੋ ਕਰਤਾ, ਇਨਸਟੈਡ ਆਫ ਉਹਦੀ ਅੱਗੇ ਲਾਈਫ ਨੂੰ, ਤਾਂ ਉਹ ਅਸੀਂ ਉਹਨੂੰ ਇੱਕ ਸੋਸ਼ਲੀ ਗਲਤ, ਉਹਨੂੰ ਗਲਤ ਵੇ ਵੱਲ ਉਹਨੂੰ ਪੁਸ਼ ਕਰ ਰਹੇ ਹਾਂ। ਤੇ ਇਹਦੇ ਵਿੱਚ ਕੋਈ ਕਾਨੂੰਨੀ ਪਹਿਲੂ ਜਿਹੜਾ ਉਹ ਘਰ ਤੋਂ ਬਹਿ ਕੇ ਸ਼ਿਕਾਇਤ ਕਿਸੇ ਵੈਬਸਾਈਟ ਤੇ ਕਰ ਸਕਦੇ ਹੋਵੇ, ਇਹੋ ਜਿਹੀ ਕੋਈ ਸਰਕਾਰ ਵੱਲੋਂ ਵੈਬਸਾਈਟ ਬਣਾਈਆਂ ਹੋਈਆਂ ਨੇ? ਦੇਖੋ, ਇਹਦੇ ਵਿੱਚ ਕੀ ਹੁੰਦਾ ਹੈ ਨਾ, ਸਰਕਾਰ ਵੱਲੋਂ ਜਿਹੜਾ ਪੋਰਟਲ ਉਹਨਾਂ ਦਾ ਇੱਕ ਯੂਨੀਕ ਲਾਂਚ ਕੀਤਾ, ਜੇ ਕੋਈ ਵੀ ਇੰਡੀਆ ਦੇ ਵਿੱਚ ਸਾਈਬਰ ਕ੍ਰਾਈਮ ਦੇ ਰਿਗਾਰਡਿੰਗ ਆਉਂਦਾ ਹੈ, ਉਹਦੇ ਵਿੱਚ ਬੜਾ ਅੱਛਾ ਪੋਰਟਲ ਹੈ cybercrime.gov.in। ਉਹਦੇ ਵਿੱਚ ਤੁਸੀਂ ਆਪਣੇ ਜਿੰਨੇ ਵੀ ਲਿੰਕਸ ਹੈ,
ਠੀਕ ਹੈ, ਸਾਰੇ ਲਿੰਕਸ ਪੋਸਟ ਕਰ ਸਕਦੇ ਹੋ ਕਿ ਕਿੱਥੇ ਕਿੱਥੇ ਤੁਹਾਡੀ ਵੀਡੀਓ ਆ ਰਹੀ ਹੈ ਜਾਂ ਕਿੱਥੇ ਕਿੱਥੇ ਤੁਹਾਡੀ ਫੋਟੋ ਆ ਰਹੀ ਹੈ। ਤੁਸੀਂ ਆਪਣੀ ਲਾਈਕ ਟਰੈਕ ਕਰ ਸਕਦੇ ਹੋ ਕਿ ਕੀ ਤੁਹਾਡੀ ਕੰਪਲੇਂਟ ਹੈ, ਜਾਂ ਜਿਨ੍ਹਾਂ ਨੂੰ ਨਹੀਂ ਆਈਡੀਆ ਉਹ 1930 ਤੇ ਕਾਲ ਕਰ ਸਕਦੇ ਆ। ਠੀਕ ਹੈ, ਗਵਰਨਮੈਂਟ ਉਹਦੇ ਵਿੱਚ ਤੁਹਾਡੀ ਹੈਲਪ ਕਰੇਗੀ, ਜੇ ਲਾਅ ਇਨਫੋਰਸਮੈਂਟ ਹੈ ਕਿ ਉਹ ਡਿਲੀਟ ਕਿੱਦਾਂ ਕਰਵਾਉਣੀ ਹੈ ਜਾਂ ਉਹਦੇ ਨੋਡਲ ਆਫਿਸਰਸ ਨੂੰ ਕਿੱਦਾਂ ਕਹਿ ਕੇ ਉਹ ਕਰਵਾਉਣਾ ਆ। ਪਲੱਸ ਜਿਹੜਾ ਆਫਲਾਈਨ ਡੇਟਾ ਆ ਜਾਂਦਾ ਉਹ ਯੂਜ਼ਰਸ ਦੀ ਫਿਰ ਜ਼ਿੰਮੇਵਾਰੀ ਹੈ, ਕਿਉਂਕਿ ਜਿਹੜਾ ਤਾਂ ਆਨਲਾਈਨ ਹੈ ਗਵਰਨਮੈਂਟ ਹੈਲਪ ਕਰ ਰਹੀ ਹੈ, ਬਟ ਜਿਹੜਾ ਡਾਊਨਲੋਡਡ ਹੋ ਗਿਆ ਉਹ 'ਚ ਫਿਰ ਯੂਜ਼ਰਸ ਆਪਣੇ ਐਂਡ ਤੋਂ ਉਹਨੂੰ ਡਿਲੀਟ ਕਰਨ, ਉਹੀ ਹੱਲ ਹੁੰਦਾ। ਤੇ ਗੱਲ ਹੁਣ ਆਪਾਂ ਪੈਸੇ ਦੇ ਮੁਤਲਕ ਬਣੀਆਂ ਹੋਈਆਂ ਐਪਸ ਦੀ ਕਰ ਲੈਂਦੇ ਆ। ਭਾਰਤ ਦੇ ਵਿੱਚ ਬਹੁਤ ਸਾਰੀਆਂ ਐਪਸ ਨੇ, ਗੂਗਲ ਪੇ, ਉਸ ਤੋਂ ਪਹਿਲਾਂ ਪੇਟੀਐਮ ਚੱਲਦਾ ਸੀ। ਅੱਜ ਕੱਲ੍ਹ ਤਾਂ ਕਈ ਤਰ੍ਹਾਂ ਦੀਆਂ ਐਪਸ ਬਣ ਚੁੱਕੀਆਂ ਨੇ ਜਿੱਥੋਂ ਅਸੀਂ ਪੇਮੈਂਟ ਲੈ ਵੀ ਸਕਦੇ ਹਾਂ, ਪੇਮੈਂਟ ਕਰ ਵੀ ਸਕਦੇ ਹਾਂ। ਪਰ ਇਸ ਨੂੰ ਲੈ ਕੇ ਇਹ ਬਹੁਤ ਕਿਹਾ ਜਾਂਦਾ ਹੈ, ਜਾਂ ਤਾਂ ਤੁਸੀਂ ਦੱਸ ਸਕਦੇ ਹੋ ਇਹ ਸਟੀਰੀਓਟਾਈਪ ਮਾਈਂਡਸੈਟ ਹੈ ਜਾਂ ਫਿਰ ਕਿਹੜਾ ਹੈ, ਕਿ ਕਿਹਾ ਜਾਂਦਾ ਹੈ ਵੀ ਤੁਸੀਂ ਆਪਣੀ ਬੈਂਕ ਡਿਟੇਲ ਜਿਹੜੀ ਸਭ ਤੋਂ ਸੀਕ੍ਰੇਟਲੀ ਰੱਖਣੀ ਹੁੰਦੀ ਹੈ, ਕਿ ਤੁਹਾਡੇ ਅਕਾਊਂਟ 'ਚ ਪੈਸੇ ਨੇ, ਪੈਸਾ ਹੀ ਧਨ ਹੀ ਸਾਰਾ ਕੁਝ ਹੈ ਅੱਜ ਕੱਲ੍ਹ ਮੰਨਿਆ ਜਾਂਦਾ। ਜੇ ਉਹੀ ਕੋਈ ਲੈ ਜਾਊਗਾ ਖੋ ਕੇ ਤਾਂ ਤੁਸੀਂ ਕਿੱਥੇ ਜਾਓਗੇ, ਹੈ ਨਾ। ਤੇ ਇਹ ਐਪਸ ਦੀ ਯੂਜ਼ੇਜ ਠੀਕ ਹੈ, ਇਹਨਾਂ ਨੂੰ ਕਰਨਾ ਚਾਹੀਦਾ, ਪਰ ਜੇ ਇਸ ਧੜੱਲੇ ਨਾਲ ਅੱਜ ਕੱਲ੍ਹ ਹੋ ਰਹੀਆਂ ਨੇ, ਸਵਾਲ ਤਾਂ ਮੇਰਾ ਬਣਦਾ ਨਹੀਂ ਮੈਨੂੰ ਲੱਗਦਾ, ਪਰ ਫਿਰ ਵੀ ਤੁਸੀਂ ਦੱਸੋ ਵੀ ਇਹਨਾਂ ਦੀ ਕਿੰਨੀ ਕੁ ਯੂਜ਼ੇਜ ਕਰਨੀ ਚਾਹੀਦੀ ਹੈ। ਜੇ ਕਰਨੀ ਚਾਹੀਦੀ ਹੈ ਤਾਂ ਉਹਦੇ ਲਈ ਕੋਈ ਪ੍ਰੋਟੋਕੋਲਸ ਵੀ ਨੇ ਕਿ ਭਾਈ ਇੰਨਾ ਕੁ ਧਿਆਨ ਰੱਖੋ, ਇਹ ਚੀਜ਼ਾਂ ਨਾ ਕਰੋ। ਦੇਖੋ, ਇਹ ਨਾ ਫੀਚਰ ਗਵਰਨਮੈਂਟ ਆਫ ਇੰਡੀਆ ਨੇ ਲਾਂਚ ਕੀਤਾ ਸੀਗਾ NPCI ਦੇ ਅਕੋਰਡਿੰਗ, ਕਿ ਇੱਕ UPI ਲੈ ਕੇ ਆਵਾਂਗੇ। UPI ਤੋਂ ਪਹਿਲਾਂ ਕੀ ਹੁੰਦਾ ਸੀਗਾ, ਮੈਂ ਥੋੜਾ ਜਿਹਾ ਹੋਰ ਪਿੱਛੇ ਨੂੰ ਚੱਲ ਜਾਣਾ ਆ। ਸਾਡੇ ਜੇ ਮੈਂ ਆਪਣੇ ਦਾਦਿਆ ਜੀ ਜਾਂ ਉਹਨਾਂ ਦੇ ਵੀ ਅੱਗੇ ਥੋੜਾ ਜਿਹਾ ਮੈਂ ਗੱਲ ਕਰਾਂ, ਕਿ ਜੇ ਬੈਂਕ ਦੇ ਖਾਤੇ 'ਚ ਪੈਸੇ ਹੈਗੇ ਆ ਨਾ, ਐਂਡ ਜੇ ਮੈਨੂੰ ਪੈਸਿਆਂ ਦੀ ਲੋੜ ਹੈ, ਉਹ ਪੈਸੇ ਕਢਵਾਉਣ ਲਈ ਸਾਨੂੰ ਚੈੱਕ ਸਾਈਨ ਕਰਕੇ ਬੈਂਕ ਦੀ ਲਾਈਨ 'ਚ ਲੱਗਣਾ ਪੈਂਦਾ ਸੀਗਾ, ਤੇ ਉਹ ਲਾਈਕ 2 ਘੰਟੇ ਲੱਗਦੇ ਸੀ, ਐਂਡ ਪੈਸੇ ਘਰੇ ਕਢਾ ਕੇ ਲਿਆਂਦੇ ਸੀ, ਫਿਰ ਖਰਚ ਕੀਤੇ ਜਾਂਦੇ ਸੀਗੇ। ਤੇ ਗਵਰਨਮੈਂਟ ਨੇ ਥੋੜਾ ਜਿਹਾ ਉਹਨੂੰ ਸੌਖਾ ਕੀਤਾ, ਉਹਦੇ ਕਾਰਡਸ ਲਿਆ ਕੇ, ਕਿ ਤੁਸੀਂ ਲਾਈਨਾਂ 'ਚ ਨਾ ਲੱਗੋ, ਤੁਹਾਨੂੰ ATM ਕਾਰਡ ਇਸ਼ੂ ਕਰ ਦਿੰਦੇ ਆ, ਮਸ਼ੀਨ 'ਚ ਜਾਓ, ਆਪਣਾ ਪਿਨ ਭਰੋ ਉਹਦੇ ਵਿੱਚ, ਐਂਡ ਆਪਣੇ ਪੈਸੇ ਤੁਸੀਂ ਨਿਕਲਵਾ ਸਕਦੇ ਹੋ। ਉਸ ਤੋਂ ਬਾਅਦ ਫਿਰ ਉਹਦੇ ਥੋੜੇ ਸਕੈਮਸ ਦਿਖਣੇ ਸਟਾਰਟ ਹੋਏ। ਸਕੈਮਸ ਹੈ ਕਿ ਜੇ ਤੁਹਾਡਾ ਕਾਰਡ ਵੀ ਕਿਸੇ ਨੇ ਲੈ ਲਿਆ ਜਾਂ ਪਿਨ ਵੀ ਕਿਸੇ ਨੇ ਲੈ ਲਿਆ, ਉਹ ਪੈਸੇ ਕੋਈ ਹੋਰ ਕਢਾ ਸਕਦਾ ਸੀਗਾ। ਫਿਰ ਉੱਥੇ ਵੀ ਥੋੜਾ ਜਿਹਾ ਡਰ ਲੱਗਣ ਲੱਗਾ ਕਿ ਯਾਰ ਮੇਰਾ ਕੋਈ ਕਾਰਡ ਤਾਂ ਨਹੀਂ ਲੈ ਲੂਗਾ ਜਾਂ ਕੋਈ ਐਕਸਚੇਂਜ ਨਾ ਕਰ ਲੇ, ਇਦਾਂ ਦੇ ਸਕੈਮਸ ਦੇਖਣ ਨੂੰ ਵੀ ਮਿਲੇ ਆ। ਉਸ ਤੋਂ ਬਾਅਦ ਇੱਕ ਹੋਰ ਫਿਰ ਅਪਡੇਟ ਆ ਗਈ ਕਿ ਨੈਟ ਬੈਂਕਿੰਗ ਯੂਜ਼ ਕਰੋ, ਕਿ ਜੇ ਪੈਸੇ ਟ੍ਰਾਂਸਫਰ ਕਰਨੇ ਆ ਜਾਂ ਤੁਸੀਂ ਕੋਈ ਪੇਮੈਂਟ ਕਿਸੇ ਨੂੰ ਕਰਨੀ ਹੈ, ਨੈਟ ਬੈਂਕਿੰਗ ਤੋਂ ਪੇ ਕਰ ਸਕਦੇ ਹੋ। ਬਟ ਉਹ ਥੋੜਾ ਜਿਹਾ ਕੰਪਲਿਕੇਟਿਡ ਸੀਗਾ, ਕਿ ਕਿਸੇ ਦਾ ਬੈਨੀਫੀਸ਼ੀਅਰੀ ਕਿਸੇ ਨੂੰ ਐਡ ਕਰਨਾ ਅਕਾਊਂਟ ਦੇ ਵਿੱਚ, ਉਹਨੂੰ 4-5 ਘੰਟੇ ਐਡ ਹੋਣ ਨੂੰ ਲੱਗਦੇ ਸੀਗੇ, ਦੈਨ ਆਪਾਂ ਉਹਨੂੰ ਟ੍ਰਾਂਸਫਰ ਕਰ ਸਕਦੇ। ਈਵਨ IMPS ਆਪਸ਼ਨ ਦਿੱਤੀ ਸੀਗੀ ਜਿਸ 'ਚ ਪਰ ਕੁਝ ਲਿਮਿਟਿਡ ਟ੍ਰਾਂਜੈਕਸ਼ਨ ਹੁੰਦੀਆਂ ਸੀਗੀਆਂ, ਬਟ ਹੁਣ ਉਹਨੂੰ ਵੀ ਸੌਖਾ ਕੰਮ ਕਰਤਾ ਗਵਰਨਮੈਂਟ ਨੇ, UPI ਲਾਂਚ ਕਰਤਾ। UPI ਦੇ ਵਿੱਚ ਕੀ ਹੈ, ਇੱਕ ਯੂਨੀਕ ਤੁਹਾਡਾ ਐਡਰੈਸ ਹੋਏਗਾ, ਐਂਡ ਬੈਂਕਸ ਦੀਆਂ ਐਪਸ ਹੈ ਜੈਸੇ ਗੂਗਲ ਪੇ ਤੁਸੀਂ ਨਾਮ ਲਿਆ, ਉਹਦੇ ਥਰੂ ਬੈਂਕ ਵੈਰੀਫਾਈ ਕਰੇਗਾ ਕਿ ਤੁਸੀਂ ਆਥੋਰਾਈਜ਼ਡ ਹੋ ਟ੍ਰਾਂਜੈਕਸ਼ਨ ਕਰਨ ਦੇ ਲਈ ਜਾਂ ਨਹੀਂ। ਬਹੁਤ ਸਾਰੀ ਕੰਪਨੀਜ਼ ਹੈ ਲਾਈਕ UPI ਆ, ਫੋਨਪੇ ਹੈਗੀਆਂ, ਜਾਂ ਬਹੁਤ ਸਾਰੇ ਬੈਂਕਸ ਨੇ ਆਪਣੀਆਂ ਐਪਸ ਇਹਦੀਆਂ UPI ਦੇ ਵਿੱਚ ਲਾਂਚ ਕੀਤੀਆਂ ਹੋਈਆਂ। ਹੁਣ ਇਹਦੇ ਵਿੱਚ ਇੰਪੋਰਟੈਂਟ ਪੁਆਇੰਟ ਹੈ ਐਂਡ ਯੂਜ਼ਰਸ, ਕਿਉਂਕਿ ਜਿੰਨੀਆਂ ਵੀ ਬੈਂਕਸ ਹੈ ਰਾਈਟ, ਉਹ ਸਾਰੀਆਂ ਨੂੰ ਗਵਰਨਮੈਂਟ ਦੇ ਅਕੋਰਡਿੰਗਲੀ ਪ੍ਰੋਟੋਕੋਲ ਫੋਲੋ ਕਰਨਾ ਹੀ ਪੈਣਾ, ਅਦਰਵਾਈਜ਼ ਉਹ ਡਿਸਕੁਆਲੀਫਾਈ ਹੋ ਜੂਗੀਆਂ। ਜਿਵੇਂ ਕਿ ਇੱਕ ਕੰਪਨੀ ਨੂੰ ਬੈਨ ਕਰਤਾ ਪੇਟੀਐਮ, ਜਿਹਨੇ ਫਾਸਟੈਗ ਲੋਕਾਂ ਦੇ ਪੇਟੀਐਮ ਵਾਲੇ ਸੀਗੇ, ਉਹ ਸਾਰੇ ਬੈਨ ਹੋ ਗਏ, ਐਂਡ ਉਹਨੂੰ ਕੰਮ ਛੱਡਣਾ ਪਿਆ ਫਾਸਟੈਗਸ ਦੇ ਵਿੱਚ। ਹੁਣ ਨੈਕਸਟ ਉਹਦੇ ਵਿੱਚ ਕੀ ਹੋਇਆ, ਜੇ ਕੋਈ ਲਾਈਕ ਐਂਡ ਯੂਜ਼ਰਸ ਦੀ ਗੱਲ ਕਰ ਰਿਹਾ ਮੈਂ, ਸੋ ਇਹਦੇ ਵਿੱਚ ਐਂਡ ਯੂਜ਼ਰਸ ਨੂੰ ਥੋੜਾ ਚਾਹੀਦਾ ਹੈ ਅਵੇਅਰ ਹੋਣਾ। ਹੁਣ ਐਂਡ ਯੂਜ਼ਰਸ ਦੇ ਵਿੱਚ ਲਾਈਕ ਜਿਵੇਂ ਆਪਾਂ UPI ਦੀ ਕੋਈ ਪੇਮੈਂਟ ਕਰਦੇ ਹਾਂ, ਉਹਦੇ ਵਿੱਚ ਧਿਆਨ ਦਿਓ ਕਿ ਆਪਾਂ ਕੋਈ ਵੀ ਸਕੈਨਰ ਤੋਂ ਪੇਮੈਂਟ ਰਿਸੀਵ ਨਹੀਂ ਕਰਨੀ। ਕਈ ਵਾਰੀ ਲੋਕੀ ਕਹਿੰਦੇ ਆ ਕਿ ਇਹਨੂੰ ਸਕੈਨ ਕਰੋ, ਤੁਹਾਡੇ ਅਕਾਊਂਟ 'ਚ ਪੈਸੇ ਆ ਜਾਣਗੇ, ਐਂਡ ਉਹ ਪਹਿਲੀ ਵਾਰ ਭੇਜ ਸਕਦੇ ਆ ਪਰ ਕਦੀ ਰਿਸੀਵ ਨਹੀਂ ਕਰਨੇ। ਇਹ ਰਿਸੀਵ ਦੀ ਆਪਸ਼ਨ ਦਿੱਤੀ ਹੋਈ ਹੈ UPI ਐਪਸ ਦੇ ਵਿੱਚ, ਰਿਸੀਵ ਕਰਨ ਦੀ ਆਪਸ਼ਨ ਵੀ ਹੈਗੀ ਹੈ। ਜਿਵੇਂ ਆਪਾਂ ਸ਼ਾਪ ਤੇ ਚਾਹੀਦਾ ਸਕੈਨ ਕਰੀਦਾ, ਉਹਨੂੰ ਪੇ ਕਰ ਦਿੰਦੇ ਆ, ਪਰ UPI ਦੇ ਵਿੱਚ ਰਿਸੀਵਿੰਗ ਦੀ ਵੀ ਇੱਕ ਆਪਸ਼ਨ ਸੀਗੀ। ਉਹਦੇ ਵਿੱਚ ਕੀ ਸੀਗਾ ਕਿ ਜੇ ਤੁਸੀਂ ਸਕੈਨ ਕਰੋਗੇ ਤੁਹਾਡੇ ਖਾਤੇ 'ਚ ਆ ਵੀ ਜਾਓਗੇ। ਸਕੈਮਰਸ ਨੇ ਇਹਦਾ ਬੈਨੀਫਿਟ ਉਠਾਇਆ, ਲੋਕਾਂ ਨੂੰ ਇਹਦਾ ਪਤਾ ਨਹੀਂ ਸੀ। ਸਕੈਮਰਸ ਨੇ ਕੀ ਕੀਤਾ, ਉਹਨਾਂ ਨੂੰ ਕਿਹਾ ਕਿ ਸਰ ਤੁਹਾਡੀ ਲੋਟਰੀ ਨਿਕਲੀ ਹੈ, ਉਹਦੇ ਵਿੱਚ ਠੀਕ ਹੈ, ਉਹਦੇ ਵਿੱਚ ਤੁਹਾਡਾ 10,000 ਰੁਪਏ ਤੁਹਾਡੇ ਅਕਾਊਂਟ 'ਚ ਆਊਗਾ, ਇੱਦਾਂ ਕਰੋ ਪਹਿਲਾਂ ਮੈਂ ਚੈੱਕ ਕਰਦਾ ਤੁਹਾਡੇ ਆ ਵੀ ਰਹੇ ਹੈ ਜਾਂ ਨਹੀਂ ਆ ਰਹੇ। ਉਹ 'ਚ ਸਕੈਨਰ ਭੇਜ ਦਿੰਦੇ ਆ ਪਹਿਲਾਂ 10 ਰੁਪਏ ਦਾ, ਐਂਡ ਉਹ ਪਰਸਨ ਸਕੈਨ ਕਰਦਾ ਹੈ, ਉਹਦੇ ਅਕਾਊਂਟ 'ਚ 10 ਆ ਗਏ, ठीक है। एंड उन्होंने क्या भी जानता है कि सर ये पहले आप चेक कीजिए, ये 10,000 रुपये हैं, अमाउंट ज़्यादा है, तो गलत ना हो जाए। वो बंदा जाके चेक भी करता है, अकाउंट 'ਚ 10 आए भी होंगे, वो कहता यार अच्छा स्कैनर ना आ जाते हैं, सर अब मैं दोबारा स्कैनर भेज रहा हूँ, फिर अगला लिंक कोई खतरनाक बना के अगला लिंक QR बना के भेज देन दा है जी। पहला सीगा 10 लैंड दा, हुण अगला आ गया 10,000 देन दा। उन्हें फिर अपना स्कैन किया, पिन फिल किया, एंड अगली ट्रांजैक्शन चेक की कि जिहड़े 10 रुपये पहला आए सीगे ते हुण अगली 'ਚ 10,000 चले गए। हुण इह 'ਚ गलती कित्थे हुई है, हुण वो तो फीचर पाता उन्होंने
ਠੀਕ ਹੈ। ਹੁਣ ਐਂਡ ਯੂਜ਼ਰ ਨੂੰ ਪਤਾ ਨਹੀਂ ਸੀ ਉਹਦੇ ਬਾਰੇ, ਉਹਨੇ ਅਵੇਅਰ ਹੋਣਾ ਜ਼ਰੂਰੀ ਹੈ ਕਿ ਜੇ ਆਪਾਂ ਅੱਛੇ ਫੀਚਰਸ ਯੂਜ਼ ਕਰਨੇ ਆ ਉਹਦੇ ਬਾਰੇ ਅਵੇਅਰ ਹੋਣਾ ਵੀ ਜ਼ਰੂਰੀ ਹੈ। ਜੀ, ਬਹੁਤ ਸ਼ਾਨਦਾਰ ਤੁਸੀਂ ਤਰੀਕੇ ਨਾਲ ਸਮਝਾਇਆ। ਪਰ ਇੱਥੇ ਕ੍ਰਿਪਟੋ ਕਰੰਸੀ ਦੀ ਗੱਲ ਜ਼ਰੂਰ ਕਰਨਾ ਚਾਹੂੰਗਾ। ਬਹੁਤ ਸਾਰੇ ਵੱਡੇ ਪੋਡਕਾਸਟਰ ਦੇਖਦੇ ਆ ਆਪਾਂ ਫੋਰਨ ਦੇ, ਉਹ ਇਸ ਤੇ ਬਹੁਤ ਗੱਲ ਕਰਦੇ ਨੇ, ਖੁੱਲ੍ਹ ਕੇ ਕਹਿੰਦੇ ਨੇ ਕਿ ਠੀਕ ਹੈ ਤੁਸੀਂ ਇਸ ਚੀਜ਼ ਨੂੰ ਵਰਤ ਰਹੇ ਹੋ, ਪਰ ਵਰਤਣਾ ਕਦੋਂ ਤੱਕ ਹੈ, ਕਿਵੇਂ ਵਰਤਣਾ ਹੈ, ਇਸ ਦੇ ਵੀ ਕੋਈ ਪ੍ਰੋਟੋਕਾਲ ਹੋਣੇ ਚਾਹੀਦੇ ਨੇ। ਕਿਉਂਕਿ ਜਿਹੜੀ ਕ੍ਰਿਪਟੋ ਕਰੰਸੀ ਹੈ, ਇਸ ਦੇ ਪਿੱਛੇ ਕੌਣ ਹੈ, ਇਸ ਨੂੰ ਕੌਣ ਚਲਾ ਰਿਹਾ, ਕਿਸ ਨੇ ਬਣਾਈ ਹੈ, ਕਿਵੇਂ ਹੋਣਾ ਹੈ, ਇਸ ਦਾ ਕੁਝ ਪਤਾ ਨਹੀਂ ਲੱਗਣਾ। ਜਿਵੇਂ ਬਲਬ ਬੰਦ ਹੁੰਦਾ ਹੈ, ਇਸ ਤਰੀਕੇ ਨਾਲ ਬੰਦ ਹੋ ਜਾਊਗਾ। ਜਿੱਥੇ ਤੁਹਾਡੇ ਇੱਕ ਕਰੰਸੀ ਦਾ, ਕ੍ਰਿਪਟੋ ਦਾ ਮੁੱਲ ਤੁਹਾਨੂੰ ਮਿਲੀਅਨ ਬਿਲੀਅਨ ਦਿਖਾ ਰਿਹਾ ਹੈ, ਉੱਥੇ ਤੁਸੀਂ ਦੇਖੋਗੇ 000 ਸ਼ੋ ਹੋਣ ਲੱਗ ਜਾਊਗਾ। ਕੀ ਕ੍ਰਿਪਟੋ ਕਰੰਸੀ ਯੂਜ਼ ਕਰਨੀ ਫਾਇਦੇਮੰਦ ਚੀਜ਼ ਹੈ, ਜਾਂ ਜਿਹੜੇ ਇਹਨੂੰ ਕਰਦੇ ਨੇ ਜਾਂ ਉਹਨਾਂ ਨੂੰ ਕੋਈ ਪ੍ਰੋਟੋਕਾਲ ਫੋਲੋ ਕਰਨੇ ਚਾਹੀਦੇ ਨੇ? ਇਹਦੇ ਬਾਰੇ ਜ਼ਰੂਰ ਦੱਸੋ। ਦੇਖੋ, ਕ੍ਰਿਪਟੋ ਕਰੰਸੀ ਕੀ ਹੈ? ਇੱਕ ਵਰਚੁਅਲ ਕਰੰਸੀ ਹੈ। ਜਿੱਦਾਂ ਆਪਣੇ ਕਰੰਸੀ ਨੋਟਸ ਹੁੰਦੇ ਆ, ਉਹਦੇ ਵਿੱਚ ਕੋਈ ਫਿਜ਼ੀਕਲ ਕਰੰਸੀਜ਼ ਨਹੀਂ ਹੈ, ਆਪਾਂ ਵਰਚੁਅਲੀ ਟ੍ਰਾਂਜੈਕਸ਼ਨਸ ਕਰ ਰਹੇ ਹਾਂ। ਉਹਦੇ ਵਿੱਚ ਪ੍ਰਾਈਵੇਸੀ ਫੀਚਰ ਇਹ ਦਿੱਤਾ ਕਿ ਤੁਹਾਡੀ ਆਇਡੈਂਟੀਟੀ ਹਾਈਡ ਰਹੇਗੀ, ਕਿ ਤੁਸੀਂ ਇਹ ਨਹੀਂ ਹੈ ਕਿ ਤੁਹਾਨੂੰ ਹਰ ਇੱਕ ਆਪਣਾ ਡਾਟਾ ਸਾਰਾ ਦੇਣਾ ਪਊਗਾ। ਜਿਵੇਂ ਕਿ ਆਪਾਂ UPI ਦੇ ਵਿੱਚ ਕਰਦੇ ਹਾਂ, ਇੱਕ ਤੋਂ ਦੂਜੇ ਪਰਸਨ ਨੂੰ ਪੇਮੈਂਟ ਜਾ ਰਹੀ ਹੈ, ਉਹਨੂੰ ਪਤਾ ਚੱਲੇਗਾ ਕਿ ਪਲਵਿੰਦਰ ਸਿੰਘ ਨੇ ਪੇਮੈਂਟ ਕੀਤੀ ਹੈ, ਉਹਨੂੰ ਪਤਾ ਚੱਲੇਗਾ ਪਲਵਿੰਦਰ ਸਿੰਘ ਦਾ ਫੋਨ ਨੰਬਰ ਕੀ ਹੈ, ਉਹਨੂੰ ਪਤਾ ਚੱਲੇਗਾ ਮੇਰੀ ਡਿਟੇਲਸ ਪਤਾ ਚੱਲੀ। ਹੈਂਸ ਸੈਕਿੰਡ ਕ੍ਰਿਪਟੋ ਕਰੰਸੀ ਦੇ ਵਿੱਚ ਕੀ ਹੈ, ਉਹੀ ਚੀਜ਼ ਨੂੰ ਪ੍ਰਾਈਵੇਸੀ ਨੂੰ ਇੰਪੋਰਟੈਂਟ ਰੱਖਦੇ ਹੋਏ ਉਹ ਚੀਜ਼ਾਂ ਨੂੰ ਹਾਈਡ ਕਰ ਦਿੱਤਾ ਗਿਆ। ਬਟ ਇਹਦੇ ਵਿੱਚ ਇਹਦਾ ਪੋਜ਼ਿਟਿਵ ਪੁਆਇੰਟਸ ਹੈ ਕਿ ਤੁਹਾਡੀ ਪ੍ਰਾਈਵੇਸੀ ਬਚ ਗਈ ਹੈ। ਹੁਣ ਇਹਦਾ ਆਪੋਜ਼ਿਟ ਸਾਈਡ ਦੇਖੀਏ, ਬਹੁਤ ਸਾਰੇ ਸਕੈਮਰਸ ਇਹਦੇ ਵਿੱਚ ਬੈਠ ਕੇ ਕੀ ਕਰਦੇ ਆ, ਤੁਹਾਡੇ ਕੋਲ ਟ੍ਰਾਂਜੈਕਸ਼ਨਸ ਕਰਵਾ ਰਹੇ ਆ, ਬਹੁਤ ਸਾਰੇ ਇਲੀਗਲ ਕਮੋਡਿਟੀਜ਼ ਪੇਮੈਂਟ ਕਰਵਾ ਰਹੇ ਆ ਐਂਡ ਇਲੀਗਲ ਸੇਲ ਪਰਚੇਸ ਕਰ ਰਹੇ ਆ। ਨਕਲੀ ਕ੍ਰਿਪਟੋਸ ਵੀ ਆ ਗਏ ਨੇ ਬਹੁਤ ਸਾਰੇ। ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਤੁਸੀਂ ਇਹਦੇ ਤੇ ਲਾਈਕ ਹਾਈਲਾਈਟ ਕੀਤਾ, ਸ਼ਾਇਦ ਮੈਂ ਭੁੱਲ ਜਾਂਦਾ। ਇੱਥੇ ਸਾਰੇ ਯੂਜ਼ਰਸ ਨੂੰ ਅਵੇਅਰ ਹੋਣਾ ਪੈਣਾ ਹੈ ਕਿ ਇੱਕ ਕ੍ਰਿਪਟੋ ਕਰੰਸੀ ਇਨਵੈਸਟਮੈਂਟ ਸਕੈਮ ਹੈ। ਉਹ 'ਚ ਦਿਖਾਇਆ ਜਾਂਦਾ ਹੈ ਕਿ ਦੇਖੋ ਪਿਛਲੇ, ਕਿਉਂਕਿ ਪਪੂਲਰ ਕਰੰਸੀਜ਼ ਹੈ, ਜਿਵੇਂ ਕਿ ਮੈਂ ਨਾਮ ਲਵਾਂ ਬਿਟਕੋਇਨ, ਪਿਛਲੇ ਜੇ ਮੈਂ 10 ਸਾਲਾਂ ਦੀ ਗੱਲ ਕਰਾਂ, ਉਹਦੀ ਵੈਲਿਊ 0 ਤੋਂ ਲੈ ਕੇ ਆਈ ਗੈਸ ਅੱਜ ਉਹਦਾ ਪ੍ਰਾਈਸ ਨੀਅਰ ਬਾਈ 50 ਲੱਖ ਦੇ ਆਸ-ਪਾਸ ਹੋਊਗਾ। ਉਹਨੂੰ ਦਿਖਾਇਆ ਜਾਂਦਾ ਕਿ ਜੇ ਤੂੰ 10 ਸਾਲ ਪਹਿਲਾਂ ਬਿਟਕੋਇਨ 'ਚ ਇਨਵੈਸਟ ਕੀਤਾ ਹੁੰਦਾ, ਅੱਜ ਤੇਰੇ ਕੋਲ 50 ਲੱਖ ਹੋਣਾ ਸੀ। ਜੇ ਲਾਈਕ ਤੂੰ 10,000 ਦੇ ਬਿਟਕੋਇਨ ਲਏ ਹੁੰਦੇ ਤਾਂ ਤੇਰੇ ਕੋਲ ਅੱਜ ਹੋਣੇ ਸੀਗੇ ਲਾਈਕ ਕੁਝ ਮਿਲੀਅਨ ਡਾਲਰ ਦੇ ਹੋਣੇ ਸੀਗੇ। ਉਹਨੂੰ ਕੰਪੇਅਰ ਕਰਕੇ ਬਹੁਤ ਸਾਰੀ ਕੰਪਨੀਆਂ ਫੇਕ ਰਜਿਸਟਰ ਹੋ ਗਈਆਂ। ਉਹਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਕਿ ਅਸੀਂ ਨਵੀਂ ਕਰੰਸੀ ਲੈ ਕੇ ਆ ਰਹੇ ਹਾਂ, ਇਹਦੇ ਵਿੱਚ ਤੁਸੀਂ ਅੱਜ 10,000 ਦੇ ਖਰੀਦੋ, 10,000 ਕੀ 1 ਲੱਖ ਦੇ ਖਰੀਦੋ, ਇਹ ਅੱਜ ਤੋਂ 10 ਸਾਲਾਂ ਬਾਅਦ ਇਹ 20 ਕਰੋੜ ਦੇ ਹੋ ਜਾਣੇ ਆ। ਐਂਡ ਉਹਨਾਂ ਤੋਂ ਇਨਵੈਸਟ ਕਰਵਾਉਣ ਤੋਂ ਬਾਅਦ ਉਹ ਕੰਪਨੀਆਂ ਗਾਇਬ। ਮਤਲਬ ਅੱਜ ਉਹਨਾਂ ਤੋਂ ਪੈਸੇ ਲੈ ਲੇ, ਫਿਰ ਕਮਿਊਨੀਕੇਸ਼ਨ ਟੁੱਟ ਜਾਂਦਾ ਐਂਡ ਇਹ ਚੀਜ਼ ਕ੍ਰਿਪਟੋ ਕਰੰਸੀ ਦੇ ਸਟੈਂਡਰਡ ਕਹਿੰਦੇ ਪ੍ਰਾਈਵੇਸੀ ਹੈ। ਐਂਡ ਉਹ ਪਰਸਨ ਪਤਾ ਨਹੀਂ ਹੁੰਦਾ ਉਹਦੇ ਵਿੱਚ ਮੁੜ ਕੇ ਜਿੰਨੇ ਤੁਹਾਡੇ ਤੋਂ ਅੱਜ ਇਨਵੈਸਟਮੈਂਟ ਕਰਵਾ ਲਈ 6 ਮਹੀਨਿਆਂ ਬਾਅਦ ਉਹ ਲੱਭਣਾ ਨਹੀਂ ਗਿਆ। ਤੇ ਭਾਰਤ 'ਚ ਇਹਦੇ ਤੇ ਹਲੇ ਕੰਮ ਹੋਣਾ ਬਾਕੀ ਹੈ ਵੀ ਕ੍ਰਿਪਟੋ ਕਰੰਸੀ ਜੇ ਆਪਾਂ ਕਹਿ ਲਈਏ ਵੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਹਿ ਲਈਏ ਲਾਂਚ ਹੋਣੀ ਹੋਵੇ ਚੰਗੇ ਤਰੀਕੇ ਦੇ ਨਾਲ। ਵੈਸੇ ਤਾਂ ਸਰਕਾਰ ਇਹਦੇ ਪੱਖ 'ਚ ਬੜਾ ਨਜ਼ਰ ਨਹੀਂ ਆਉਂਦੀ, ਜਦੋਂ ਸੈਂਟਰ ਸਰਕਾਰ ਦੀ ਗੱਲ ਕਰਦੇ ਆ ਉਹ ਇਸ ਨੂੰ ਨਕਾਰਦੇ ਨੇ। ਪਰ ਕੀ ਇਹਦੇ ਤੇ ਕੋਈ ਸਖਤ ਲਾਅ ਬਣਨੇ ਚਾਹੀਦੇ ਨੇ? ਕਿਉਂਕਿ ਸਾਨੂੰ ਵੀ ਭਵਿੱਖ ਦੇ ਵਿੱਚ ਹੋ ਸਕਦਾ ਤੁਰਨਾ ਪਵੇ ਸਮਾਜ ਦੇ ਨਾਲ ਜਿੱਦਾਂ ਅੱਗੇ ਵੱਧ ਰਿਹਾ ਵੈਸਟਰਨ ਕਲਚਰ। ਜੀ, ਸੋ ਇਹਦੇ ਵਿੱਚ ਕੁਝ ਜ਼ਰੂਰ ਲਾਅ ਇਨਫੋਰਸਮੈਂਟ ਜਾਂ ਕੁਝ ਸਾਡੀ ਮਿਨਿਸਟਰੀ ਆਫ ਹੋਮ ਅਫੇਅਰ ਜਾਂ IT ਮਿਨਿਸਟਰਸ ਕੁਝ ਜ਼ਰੂਰ ਇਹਦੇ ਕੁਝ ਲੈ ਕੇ ਆਉਣਗੇ ਰੂਲਸ ਇਹਦੇ ਵਿੱਚ, ਕਿਉਂਕਿ ਹੋ ਸਕਦਾ ਕਿ ਵਾਕਈ ਸਾਨੂੰ ਇਹਦੇ ਨਾਲ ਅੱਗੇ ਤੁਰਨਾ ਪਵੇ। ਕਿਉਂਕਿ ਇਹਦੇ ਵਿੱਚ ਮੇਨ ਜਿਹੜਾ ਇਸ਼ੂ ਆਉਂਦਾ ਹੈ RBI ਦੇ ਅਕੋਰਡਿੰਗਲੀ, RBI ਕਹਿੰਦੀ ਹੈ ਸਾਨੂੰ ਆਈਡੀਆ ਹੋਣਾ ਚਾਹੀਦਾ ਕਿ ਤੁਹਾਡੀ ਟ੍ਰਾਂਜੈਕਸ਼ਨਸ ਕਿੱਧਰੋਂ ਹੋ ਰਹੀਆਂ, ਪਤਾ ਹੋਣਾ ਚਾਹੀਦਾ। ਬਟ ਇਹਦੇ ਵਿੱਚ ਉਹ ਚੀਜ਼ ਥੋੜੀ ਮਿਸਿੰਗ ਹੈ, ਤਾਂ ਉਹਦੇ ਕਰਕੇ ਇਸ ਨੂੰ ਗਵਰਨਮੈਂਟ ਸਪੋਰਟ ਨਹੀਂ ਕਰ ਰਹੀ। ਜੀ, ਤੇ ਸਾਈਬਰ ਕਿਡਨੈਪਿੰਗ ਦੀ ਆਪਾਂ ਗੱਲ ਕਰ ਲੈਂਦੇ ਆ। ਬੀਤੇ ਸਮੇਂ ਦੌਰਾਨ ਬਹੁਤ ਸਾਰੀਆਂ ਖਬਰਾਂ ਵੀ ਆਈਆਂ ਕਿ ਕਿਸੇ ਵਿਅਕਤੀ ਨੂੰ, ਕਿਸੇ ਲੜਕੀ ਨੂੰ ਇੱਕ ਕਮਰੇ ਦੇ ਵਿੱਚ ਬੰਦ ਹੋਣ ਨੂੰ ਕਿਹਾ ਗਿਆ, ਉਹਨੂੰ ਲੰਬੇ ਸਮੇਂ ਤੱਕ ਉੱਥੇ ਹੀ ਬੰਦ ਰਹਿਣਾ ਪਿਆ। ਉਸਦੇ ਪਰਿਵਾਰਕ ਜੀਆਂ ਨੂੰ ਵੀ ਨਹੀਂ ਪਤਾ ਲੱਗਾ ਕਦੋਂ 10 ਲੱਖ ਤੋਂ ਵੱਧ ਦੀ ਕੀਮਤ ਉਸ ਲੜਕੀ ਨੇ, ਉਹਨਾਂ ਜਿਹੜੇ ਕਿਡਨੈਪਰ ਸੀ ਜਿਨ੍ਹਾਂ ਨੇ ਡਿਜੀਟਲੀ ਉਸ ਨੂੰ ਕਿਡਨੈਪ ਕਰਕੇ ਇੱਕ ਜਗ੍ਹਾ ਤੇ ਉਹਨੂੰ ਰੱਖ ਲਿਆ, ਉਹ ਆਪਣੀ ਵਿਲ ਮੁਤਾਬਿਕ ਆਪਣੇ ਕਮਰੇ ਤੋਂ ਬਾਹਰ ਵੀ ਨਹੀਂ ਸੀ ਜਾ ਸਕਦੀ। 10 ਲੱਖ ਦੇ ਕਰੀਬ ਉਸ ਤੋਂ ਰਕਮ ਵੀ ਆਪਣੇ ਅਕਾਊਂਟਸ ਦੇ ਵਿੱਚ ਪਵਾ ਲਈ। ਬੜਾ ਇਹ ਕਹਿ ਲਈਏ ਇੱਕ ਤਰੀਕੇ ਦਾ ਬਹੁਤ ਨਵੇਂ ਕਿਸਮ ਦੀ ਕਿਡਨੈਪਿੰਗ ਹੋ ਗਈ, ਜਿਹਦਾ ਬਹੁਤੇ ਲੋਕਾਂ ਨੂੰ ਨਹੀਂ ਪਤਾ। ਲੋਕ ਫਸ ਜਾਣਗੇ, ਲੋਕ ਤਰਲੇ ਕੱਢਣਗੇ, ਲੋਕ ਮਿੰਨਤਾਂ ਤੇ ਆ ਜਾਣਗੇ, ਜਿਹੜਾ ਉਹਨਾਂ ਦੇ ਕੋਲ ਧਨ ਵੀ ਹੋਊਗਾ ਉਹ ਵੀ ਦੇਣ ਨੂੰ ਤਿਆਰ ਹੋ ਜਾਣਗੇ ਵੀ ਮੇਰੀ ਇੱਜ਼ਤ ਤਾਂ ਬਚਵੇ ਘੱਟੋ ਘੱਟ। ਸੋ ਇਹਦੇ ਬਾਰੇ ਜ਼ਰਾ ਸਮਝਾਓ। ਦੇਖੋ, ਬੜਾ ਇੰਪੋਰਟੈਂਟ ਹੈ। ਪਹਿਲਾਂ ਕਿਡਨੈਪਿੰਗ ਹੁੰਦੀ ਸੀਗੀ, ਫਿਜ਼ੀਕਲੀ ਕਿਸੇ ਨੂੰ ਕੈਪਚਰ ਕਰ ਲਿਆ, ਚਿੱਟੀ ਜੀ ਵੈਨ ਚ ਆਉਂਦੇ ਸੀ, ਬਿਠਾ ਕੇ ਲੈ ਜਾਂਦੇ ਸੀ। ਇਹ ਮੂਵੀਜ਼ ਨੇ ਦਿਖਾਇਆ, ਹਰ ਵਾਰੀ ਚਿੱਟੀ ਸ਼ਾਇਦ ਨਾ ਹੋਵੇ। ਉਹਦੇ ਵਿੱਚ ਕੀ ਹੁੰਦਾ ਸੀ ਕਿ ਤੁਹਾਨੂੰ ਫਿਜ਼ੀਕਲੀ ਕੋਈ ਕੈਪਚਰ ਕਰ ਲੈਂਦੇ ਸੀਗੇ, ਕਿਤੇ ਰੂਮ ਚ ਰੱਖ ਲਿਆ, ਕਿਤੇ XYZ ਜਗ੍ਹਾ ਤੇ ਰੱਖ ਲਿਆ, ਐਂਡ ਫੈਮਿਲੀਜ਼ ਨੂੰ ਫਿਰ ਕਿਹਾ ਜਾਂਦਾ ਸੀ ਕਿ ਪੈਸੇ ਦਾ ਡਿਪੋਜ਼ਿਟ ਕਰਾਓ, ਉਹਨੂੰ ਆਪਾਂ ਰਿਲੀਜ਼ ਕਰ ਦਾਂਗੇ। ਦੇਖੋ ਹੁਣ
ਉਹ ਚੀਜ਼ਾਂ ਨੂੰ ਕੰਪੇਅਰ ਕਰਦੇ ਕਰਦੇ ਸਕੈਮਰਸ ਨੇ ਇੱਕ ਨਵਾਂ ਸਕੈਮ ਲਿਆਂਦਾ, ਉਹਨੂੰ ਕਿਹਾ ਗਿਆ ਡਿਜੀਟਲੀ ਅਰੈਸਟ ਜਾਂ ਸਾਈਬਰ ਕਿਡਨੈਪਿੰਗ। ਉਹਦੇ ਵਿੱਚ ਕੀ ਕਿਹਾ ਜਾਂਦਾ ਹੈ, ਇੱਕ ਰੈਂਡਮ ਕਾਲ ਜਾਂਦੀ ਹੈ ਐਂਡ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡੇ ਵੱਲੋਂ ਕੋਈ ਕੋਰੀਅਰ ਕੀਤਾ ਸੀਗਾ ਐਂਡ ਉਹਦੇ ਵਿੱਚ ਕੁਝ ਇਲੀਗਲ ਪ੍ਰੋਡਕਟਸ ਮਿਲੇ, ਜਾਂ ਤੁਸੀਂ ਕੋਈ ਤੁਹਾਡੇ ਆਧਾਰ ਕਾਰਡ ਦੇ ਨਾਲ ਕੋਈ ਲਾਈਕ ਮੁੰਬਈ ਦੇ ਵਿੱਚ ਬੈਂਕ ਰਜਿਸਟਰਡ ਹੈ, ਤੁਹਾਡਾ ਅਕਾਊਂਟ ਹੈ ਕੋਈ ਉੱਥੇ, ਐਂਡ ਉਹਦੇ ਵਿੱਚ ਕੁਝ ਡਰੱਗ ਮਨੀ ਆਈ, ਮਤਲਬ ਕੁਝ ਡਰਾਇਆ ਜਾਏਗਾ। ਐਂਡ ਫਿਰ ਇਹ ਕਿਹਾ ਜਾਏਗਾ ਕਿ ਹੁਣ ਤੁਹਾਡੇ ਅਗੇਂਸਟ ਕੋਈ ਲਾਅ ਇਨਫੋਰਸਮੈਂਟ ਕੋਈ ਲੀਗਲ ਐਕਸ਼ਨ ਲੈ ਰਹੀ ਹੈ, ਅਸੀਂ ਕ੍ਰਾਈਮ ਬ੍ਰਾਂਚ ਤੋਂ ਬੋਲ ਰਹੇ ਹਾਂ, ਮਤਲਬ ਇਹ ਡਰਾਇਆ ਜਾਏਗਾ। ਐਂਡ ਉਹਦੇ ਬਾਰੇ ਫਿਰ ਹੋਰ ਇਨਫੋਰਮੇਸ਼ਨ ਇਕੱਠੀ ਕੀਤੀ ਜਾਏਗੀ ਐਂਡ ਉਹਨੂੰ ਕਿਹਾ ਜਾਏਗਾ ਜੇ ਤੂੰ ਇਹ ਕਾਲ ਕੱਟੀ ਜਾਂ ਕੋਈ ਡਿਸਕਨੈਕਟ ਕੀਤੀ ਇਹ ਕਾਲ, ਉਹਦੇ ਵਿੱਚ ਤੁਹਾਡੇ ਅਗੇਂਸਟ ਇਮੀਡੀਏਟਲੀ ਕੋਈ ਲਾਅ ਇਨਫੋਰਸਮੈਂਟ ਐਕਸ਼ਨ ਲੈ ਲੇਗੀ। ਐਂਡ ਉਹ ਪਰਸਨ ਕੀ ਕਰਦਾ ਹੈ, ਬਹੁਤ ਘਬਰਾ ਜਾਂਦਾ ਹੈ, ਠੀਕ ਹੈ। ਇਹ ਗੇਮ ਹੀ ਉਹਨਾਂ ਨੇ ਜਿਹੜੀ ਬਣਾਈ ਹੈ, ਡਰ ਦੀ ਗੇਮ ਬਣਾਤੀ। ਇਹਨਾਂ ਨੂੰ ਕਿਹਾ ਜਾਂਦਾ ਕਿ ਕਾਲ ਨਹੀਂ ਕੱਟਣੀ, ਜੇ ਕੱਟੇਗੀ ਤਾਂ ਇਮੀਡੀਏਟਲੀ ਜੇ 5 ਸੈਕਿੰਡ 'ਚ ਕਾਲ ਬੈਕ ਨਾ ਆਈ, ਅਸੀਂ ਇਮੀਡੀਏਟਲੀ ਐਕਸ਼ਨ ਲੈ ਲਾਂਗੇ ਕੋਈ, ਐਂਡ ਪੁਲਿਸ ਵਿਲ ਬੀ ਐਟ ਯੋਰ ਹੋਮ ਐਂਡ ਇਦਾਂ ਹੋਊਗਾ। ਐਂਡ ਉਹ ਡਰਾ ਕੇ ਹੀ ਉਹਨੂੰ ਲਗਾਤਾਰ ਕਾਲ ਤੇ ਰੱਖਿਆ ਜਾਂਦਾ ਹੈ। ਕੁਝ ਕੇਸਿਸ ਇਦਾਂ ਦੇ ਸਾਹਮਣੇ ਆਏ ਹੈ ਜਿਹਦੇ ਵਿੱਚ ਉਹਨਾਂ ਨੂੰ ਕੁਝ ਘੰਟਿਆਂ ਲਈ, ਇੱਕ ਕੇਸ ਹੈ ਦੇਹਰਾਦੂਨ ਦਾ ਸਾਹਮਣੇ ਆ ਰਿਹਾ, ਉਹ 'ਚ 10 ਲੱਖ ਟ੍ਰਾਂਸਫਰ ਕਰਵਾ ਲਏ ਐਂਡ ਉਹਦੇ ਵਿੱਚ 30 ਆਵਰਸ ਲਈ ਉਹਨੂੰ ਰੂਮ 'ਚ ਸਟਕ ਰੱਖਿਆ। ਉਹਨੂੰ ਇਹ ਕਿਹਾ ਗਿਆ ਕਿ ਤੁਸੀਂ ਰੂਮ ਲੀਵ ਨਹੀਂ ਕਰਨਾ ਐਂਡ ਇਹ ਇਨਵੈਸਟੀਗੇਸ਼ਨ ਤੁਹਾਡੀ ਚੱਲ ਰਹੀ ਹੈ, ਡਿਜੀਟਲੀ ਹੈ, ਠੀਕ ਹੈ। ਐਂਡ ਉਸ ਤੋਂ ਬਾਅਦ ਫਿਰ ਕਿਹਾ ਜਾਂਦਾ ਹੈ ਕਿ ਕੋਈ ਐਡਵੋਕੇਟਸ ਦੇ ਨੰਬਰ ਭੇਜੇ ਜਾਂਦੇ ਕਿ ਜੇ ਤੁਸੀਂ ਇਹਦਾ ਹੱਲ ਚਾਹੁੰਦੇ ਹੋ ਤਾਂ ਐਡਵੋਕੇਟਸ ਨਾਲ ਗੱਲ ਕਰ ਲਓ। ਐਡਵੋਕੇਟ ਉਹ ਕੌਣ ਹੈ, ਉਹ ਸਕੈਮਰਸ ਦੀ ਟੀਮ ਹੈ, ਜੀ ਜੀ, ਠੀਕ ਹੈ। ਇੱਕ ਸਕੈਮਰ ਬੈਠ ਕੇ ਤੁਹਾਨੂੰ ਕਾਲ ਕਰ ਰਿਹਾ, ਉਹਦੇ ਨਾਲ ਹੀ ਕੋਈ ਹੋਰ ਸਕੈਮਰ ਹੈ, ਉਹ ਕੋਈ ਪੁਲਿਸ ਜਾਂ ਕੋਈ ਐਡਵੋਕੇਟ ਨਹੀਂ ਹੈ। ਫਿਲਮੀ ਅੰਦਾਜ਼ 'ਚ ਕੰਮ ਹੋ ਰਿਹਾ, ਕਹਿ ਲਓ ਮਨੀ ਹੀਸਟ ਵਰਗਾ ਕੰਮ ਵੀ ਇੱਕੋ ਜਗ੍ਹਾ ਤੇ ਕਈ ਲੋਕ ਬੈਠੇ, ਬਿਲਕੁਲ ਇੱਕੋ ਜਗ੍ਹਾ ਤੇ ਕਈ ਲੋਕ ਬੈਠ ਕੇ ਟੀਮ ਵਰਕ ਕਰ ਰਹੇ ਆ। ਐਂਡ ਉਹ ਫਿਰ ਉਹਨੂੰ ਕਹਿ ਰਿਹਾ ਠੀਕ ਹੈ ਤੁਹਾਡਾ ਹੱਲ ਹੋ ਜਾਊਗਾ ਕਿ ਅਸੀਂ ਤੁਹਾਡਾ ਕੇਸ ਖਤਮ ਕਰ ਦਿੰਦੇ ਆ, ਤੁਸੀਂ ਪਹਿਲਾਂ ਕੁਝ 10,000, ਇਹ ਹਮੇਸ਼ਾ ਛੋਟੀ ਲਾਈਕ ਲੈਵਲ ਤੋਂ, ਮਤਲਬ ਛੋਟੀ ਅਮਾਉਂਟ ਤੋਂ ਸਟਾਰਟ ਹੁੰਦਾ। ਪਹਿਲਾਂ 10,000 ਕਹਿਣਗੇ, ਜੇ 10,000 ਕਰਤੇ ਫਿਰ ਉਹ ਕਹਿਣਗੇ ਨਹੀਂ ਜੀ ਇਹ ਤਾਂ ਗੱਲ ਨਹੀਂ ਬਣੀ, ਹੁਣ 20,000 ਹੋਰ ਕਰਵਾਣੇ ਪੈਣੇ। 20,000 ਤੋਂ ਬਾਅਦ ਵੀ ਉਹਨਾਂ ਨੇ ਕਹਿਣਾ ਗੱਲ ਨਹੀਂ ਬਣੀ, ਇਹ ਤੁਹਾਨੂੰ 1 ਲੱਖ ਕਰਵਾਉਣਾ ਪੈਣਾ। ਐਂਡ ਇਹ ਉਦੋਂ ਤੱਕ ਚੱਲੂਗਾ ਜਦੋਂ ਤੱਕ ਭੇਜਣ ਵਾਲਾ, ਪੈਸੇ ਵਾਲਾ ਭੇਜਣ ਵਾਲਾ ਪਰਸਨ ਉਹ ਅਵੇਅਰ ਨਹੀਂ ਹੋ ਜਾਂਦਾ ਕਿ ਮੇਰੇ ਨਾਲ ਸਕੈਮ ਹੋ ਰਿਹਾ। ਕੀ ਫੋਨ ਸਾਡੀ ਆਵਾਜ਼ ਸੁਣ ਰਿਹਾ ਜਦੋਂ ਅਸੀਂ ਸਾਰਾ ਕੁਝ ਬੋਲ ਰਹੇ ਹਾਂ ਤੇ ਉਹ ਉਸ ਹਿਸਾਬ ਨਾਲ ਸਾਨੂੰ ਮੋਨੀਟਰ ਕਰਕੇ ਸਾਨੂੰ ਐਡਸ ਸ਼ੋ ਕਰ ਰਿਹਾ? ਦੇਖੋ ਇਹ 'ਚ ਤੁਸੀਂ 2 ਕੁਐਸਚਨਸ ਇੱਕੋ ਟਾਈਮ ਤੇ ਜੁਆਇਨ ਕਰ ਲਏ ਕਿ ਬਹੁਤ ਵਾਰੀ ਹੁੰਦਾ ਕਿ ਅਸੀਂ ਇੱਕ ਪ੍ਰੋਡਕਟ ਤੇ ਕੁਝ ਸਰਚ ਕੀਤਾ ਆਨਲਾਈਨ ਐਂਡ ਉਹੀ ਚੀਜ਼ ਮੈਨੂੰ ਅਲੱਗ-ਅਲੱਗ ਪਲੇਟਫਾਰਮਸ ਤੇ ਸ਼ੋ ਹੋਣੀ ਹੋ ਜਾਂਦੀ ਹੈ। ਉਹਨੂੰ ਹੈਕ ਨਹੀਂ ਕਵਾਂਗੇ, ਉਹ ਇੱਕ SEO ਦਾ ਫੀਚਰ ਹੈ ਕਿ ਤੁਹਾਡਾ ਜੇ ਪ੍ਰੋਡਕਟ 'ਚ ਤੁਸੀਂ ਇੰਟਰਸਟਿਡ ਹੋ ਉਹ ਹਰ ਜਗ੍ਹਾ ਤੁਹਾਨੂੰ ਦਿਖੂਗਾ ਕਿ ਤੁਸੀਂ ਉਹਨੂੰ ਬਾਏ ਕਰ ਲਓ। ਜੀ ਜੀ। ਸੈਕੰਡ ਕੁਐਸਚਨ ਤੁਹਾਡਾ ਸੀਗਾ ਕਿ ਤੁਹਾਡਾ ਮਾਈਕ ਗੱਲ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ। ਇਨ ਸੱਚ ਕੇਸਿਸ ਇੱਕ ਬੜੀ ਪਪੂਲਰ ਐਪ ਆਈ ਸੀਗੀ ਪੈਗਾਸਸ ਨਾਮ ਦੀ। ਉਹ ਪੈਗਾਸਸ ਦੇ ਵਿੱਚ ਕੀ ਹੋਇਆ ਸੀਗਾ, ਤੁਹਾਡੇ ਫੋਨ ਦੇ ਵਿੱਚ ਇੱਕ ਐਪ ਇਦਾਂ ਦੀ ਹਿਡਨ ਇੰਸਟਾਲ ਹੋਏਗੀ, ਉਹ ਹਰ ਟਾਈਮ ਤੁਹਾਡਾ ਮੋਨੀਟਰ ਕਰਦੀ ਰਹੇਗੀ ਫੋਨ ਦਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ, ਤੁਹਾਡੇ ਕਾਲ ਲੌਗਸ ਕੀ ਹੈ, ਤੁਹਾਡੀ ਬੈਕਐਂਡ ਹਿਸਟਰੀ ਸਾਰੀ ਦੇਖਦੀ ਰਹੇਗੀ। ਹੁਣ ਇਹ ਡਿਪੈਂਡ ਕਰਦਾ ਹੈ, ਇਹ ਮੈਂ ਵੀ ਨਹੀਂ ਕਹਿ ਸਕਦਾ ਕਿ ਮੇਰਾ ਫੋਨ ਮੇਰਾ ਮਾਈਕ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ, ਕਿਉਂਕਿ ਇਹਦੇ ਨੂੰ ਕਹਿੰਦੇ 0 day ਐਕਸਪਲੋਇਟਸ ਕਿ ਇਦਾਂ ਦੀਆਂ ਕਈ ਵਾਰੀ ਫੋਨਸ 'ਚ ਕਮੀਆਂ ਆ ਜਾਂਦੀਆਂ ਕਿ ਉਹ ਜੈਨੂਇਨ ਕੰਪਨੀਆਂ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ, ਉਹ ਐਪਲ ਵਾਲੇ ਨੂੰ ਵੀ ਨਹੀਂ ਪਤਾ ਹੋਊਗਾ ਬਟ ਉਹ ਹਿਡਨ 'ਚ ਚੱਲਦੀ ਹੋਊਗੀ, ਉਹ ਗੂਗਲ ਐਂਡਰੋਇਡ ਨੂੰ ਵੀ ਨਹੀਂ ਪਤਾ ਹੋਊਗਾ ਬਟ ਹਿਡਨ 'ਚ ਚੱਲਦੀ ਹੋਊਗੀ। ਜਿਵੇਂ ਕਿ ਹੁਣੇ ਕੁਝ ਦਿਨ ਪਹਿਲਾਂ ਇੱਕ ਸਾਈਬਰ ਆਊਟੇਜ ਦਾ ਮਾਮਲਾ ਆਇਆ ਸੀਗਾ ਕਿ ਵਰਲਡ ਵਾਈਡ ਜਿੰਨੀਆਂ 에ਅਰਪੋਰਟਸ ਸੀਗੇ, ਹਸਪੀਟਲ ਸੀਗੇ, ਉਹ ਇੱਕ ਲਾਈਕ ਕੰਪਨੀਜ਼ ਦੀ ਫਾਇਰਵਾਲਸ ਯੂਜ਼ ਕਰ ਰਹੇ ਸੀਗੇ, ਪਰ ਉਹ ਕੰਪਨੀ ਨੂੰ ਵੀ ਨਹੀਂ ਪਤਾ ਸੀਗਾ ਕਿ ਉਹਦੇ ਵਿੱਚ ਇੱਕ ਕ੍ਰਿਟੀਕਲ ਬਗ ਹੋ ਸਕਦਾ, ਠੀਕ ਹੈ। ਉਹ ਇਦਾਂ ਦੇ 0 day ਅਗਰ ਐਕਸਪਲੋਇਟ ਹੈਗੇ ਆ ਜਾਂ ਮੈਂ ਗਲਤ ਕੋਈ ਫੋਨ 'ਚ ਐਪ ਇੰਸਟਾਲ ਕੀਤੀ ਹੋਈ ਹੈ ਜਿਹੜੀ ਪਲੇ ਸਟੋਰ 'ਚ ਨਹੀਂ ਹੈ ਜਾਂ ਐਪ ਸਟੋਰ 'ਚ ਨਹੀਂ ਹੈ, ਮੈਂ ਗੂਗਲ ਤੋਂ ਕਿਤੋਂ ਲਿੰਕ ਤੋਂ ਡਾਊਨਲੋਡ ਕਰ ਲਿਆ ਜੀ, ਤਾਂ ਪੱਕਾ ਮੇਰਾ ਕੋਈ ਮਾਈਕ ਜ਼ਰੂਰ ਸੁਣਦਾ ਹੋਵੇਗਾ। ਇੱਕ ਛੋਟੇ ਜਿਹੇ ਆਨਸਰ ਇਸ ਦਾ ਮੈਂ ਚਾਹੂੰਗਾ ਤੁਸੀਂ ਦੇ ਦਿਓ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਕਿ ਕੀ ਕਿਸੇ ਐਪ ਨੂੰ ਇੰਸਟਾਲ ਕਰਦਿਆਂ ਸਾਰ ਉਸ ਦੇ ਸਾਰੇ ਕੰਡੀਸ਼ਨਸ ਨੂੰ ਠਾ ਦਵਾ ਸੇਵ ਕਰ ਦੇਣਾ ਸੇਫ ਹੈ? ਜੇ ਨਹੀਂ ਸੇਫ ਹੈ ਤਾਂ ਕਿੰਨਾ ਖਤਰਨਾਕ ਹੋ ਸਕਦਾ ਹੈ ਉਹ ਸਾਡੇ ਲਈ? ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਜਿੱਦਾਂ ਹੀ ਆਪਾਂ ਫੋਨ 'ਚ ਕੋਈ ਇੰਸਟਾਲ ਐਪ ਕਰੀਦੀ ਹੈ ਉਹ ਸਾਡੇ ਤੋਂ ਪਰਮਿਸ਼ਨਸ ਮੰਗਦੇ ਆ, ਜਿਵੇਂ ਬੱਚੇ ਗੇਮਸ ਐਪ ਇੰਸਟਾਲ ਕਰਦੇ ਆ, ਅਸੀਂ ਕੋਈ ਸ਼ਾਪਿੰਗ ਦੀ ਐਪ ਕਰਦੇ ਆ, ਉਹ ਪਰਮਿਸ਼ਨਸ ਮੰਗਦੇ ਆ ਕਿ ਅਸੀਂ ਉਹਨੂੰ ਲੋਕੇਸ਼ਨ ਦੀ ਦੇਣੀ ਹੈ ਜਾਂ ਨਹੀਂ, ਉੱਤੇ ਅਲਾਓ ਜਾਂ ਡਿਸਅਲਾਓ ਦੀ ਆਪਸ਼ਨ ਆਉਂਦੀ ਹੈ ਐਂਡ ਸਾਨੂੰ ਲੱਗਦਾ ਜੇ ਡਿਸਅਲਾਓ ਕਰ ਦਾਂਗੇ ਤਾਂ ਐਪ ਚੱਲੂਗੀ ਨਹੀਂ, ਅਸੀਂ ਬਿਨਾਂ ਪੜ੍ਹੇ ਅਲਾਓ ਕਰ ਦਿੰਦਾ ਹੈ। ਉਹਦਾ ਮਤਲਬ ਕੀ ਹੈ, ਜੇ ਅਸੀਂ ਅਲਾਓ ਕਰ ਰਹੇ ਹਾਂ ਉਹਦਾ ਮਤਲਬ ਇਹ ਹੈ ਕਿ ਤੁਹਾਡੇ ਫੋਨ ਦੇ ਕੰਟੈਕਟਸ, ਜੇ ਕੰਟੈਕਟਸ ਦੀ ਪਰਮਿਸ਼ਨ ਆ ਰਹੀ ਹੈ ਉਹਦਾ ਮਤਲਬ ਤੁਸੀਂ ਫੋਨ ਦੇ ਕੰਟੈਕਟ ਸਾਰੇ ਉਠਾ ਕੇ ਉਹਨਾਂ ਨੂੰ ਦੇ ਰਹੇ ਹੋ। ਜੇ ਤੁਹਾਡੇ ਤੋਂ ਤੁਹਾਡੇ ਲੋਕੇਸ਼ਨ ਦੀ ਪਰਮਿਸ਼ਨ ਮੰਗ ਰਿਹਾ, ਮਤਲਬ ਤੁਸੀਂ ਆਪਣੇ ਘਰ ਦੀ ਜਿੱਥੇ ਵੀ ਤੁਸੀਂ ਹੋ ਉਹ ਲੋਕੇਸ਼ਨ ਉਹਨੂੰ ਪ੍ਰੋਵਾਈਡ ਕਰ ਰਹੇ ਹੋ। ਤੇ ਜਦੋਂ ਫਿਰ ਸਾਡਾ ਨੁਕਸਾਨ ਹੋਊਗਾ ਅਸੀਂ ਉਹਨਾਂ ਤੇ ਕੋਈ ਕਾਰਵਾਈ ਕਰਨੀ ਚਾਹਾਂਗੇ, ਉਹ ਕਹਿਣਗੇ ਕਿ ਤੁਸੀਂ ਖੁਦ ਪਰਮਿਸ਼ਨ ਦਿੱਤੀ ਸੀ। ਬਿਲਕੁਲ, ਉਹਦੇ ਵਿੱਚ ਐਗਰੀ ਦੀ ਆਪਸ਼ਨ ਆਉਂਦੀ ਹੈ, ਪਰਮਿਸ਼ਨ ਵੀ ਅਸੀਂ ਖੁਦ ਦਿੱਤੀ ਹੁੰਦੀ ਹੈ। ਹੁਣ ਇੱਥੇ ਇੰਪੋਰਟੈਂਟ ਹੈ
ਜ਼ਰੂਰ ਚੈੱਕ ਕਰੋ ਕਿ ਕਿਹੜੀ ਐਪਲੀਕੇਸ਼ਨ ਹੈ ਐਂਡ ਇਹਨੂੰ ਕੀ ਡੇਟਾ ਚਾਹੀਦਾ। ਜੇ ਕੋਈ ਗੇਮ ਦੀ ਐਪਲੀਕੇਸ਼ਨ ਹੈ ਪਰ ਉਹ ਪੜ੍ਹਦੇ ਨਹੀਂ, ਅਸੀਂ ਸਾਨੂੰ ਮੋਟਾ ਉਹਦੇ ਚ ਦੇਖਣਾ ਕੀ ਚਾਹੀਦਾ, ਜ਼ਰਾ ਇਹ ਵੀ ਜ਼ਰਾ ਦੱਸ ਹੀ ਦਿਓ ਤੁਸੀਂ। ਜਿੱਦਾਂ ਹੀ ਉਹ ਪਰਮਿਸ਼ਨਸ ਦੀ ਆਪਸ਼ਨ ਆਉਂਦੀ ਹੈ ਉਹਦੇ ਤੇ ਕਲੀਅਰ ਵਰਡਸ 'ਚ ਲਿਖਿਆ ਹੁੰਦਾ ਹੈ ਕਿ ਉਹ ਤੁਹਾਡੇ ਤੋਂ ਪਰਮਿਸ਼ਨ ਮੰਗ ਕਾਹਦੀ ਰਹੀ ਹੈ। ਇਹ ਐਂਡਰੋਇਡ ਦੀ ਪਾਲਿਸੀ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਲਿਖਣ ਹੀ ਨਾ ਵਿੱਚ ਪਰ ਉਹ ਚੀਜ਼ ਕਰ ਰਹੇ ਹੋ। ਉਹ ਤਾਂ ਹੋ ਸਕਦਾ ਹੈ ਜੇ ਕੋਈ ਐਪਲੀਕੇਸ਼ਨ ਹੈ ਪੈਗਾਸਸ, ਉਹ ਤਾਂ ਹੋ ਸਕਦਾ ਹੈ ਜੇ ਕੋਈ ਐਪਲੀਕੇਸ਼ਨ ਹੈ 0 day exploit ਹੈ ਕਿ ਜਿਹੜੀ ਕੰਪਨੀ ਨੂੰ ਨਹੀਂ ਪਤਾ, ਬਟ ਜੇ ਤੁਸੀਂ ਪਲੇ ਸਟੋਰ ਤੋਂ ਐਪ ਕੋਈ ਡਾਊਨਲੋਡ ਕਰ ਰਹੇ ਹੋ ਜਾਂ ਐਪ ਸਟੋਰ ਤੋਂ ਕੋਈ ਐਪ ਡਾਊਨਲੋਡ ਕਰ ਰਹੇ ਹੋ ਐਂਡ ਉਹ ਤੁਹਾਡੇ ਤੋਂ ਪਰਮਿਸ਼ਨਸ ਮੰਗੇਗੀ। ਜੇ ਉਸ ਤੋਂ ਬਾਅਦ ਗੂਗਲ ਤੋਂ ਜਾ ਕੇ ਕੋਈ ਡਾਊਨਲੋਡ ਕਰ ਰਹੇ ਹੋ ਤਾਂ ਹੋ ਵੀ ਸਕਦਾ। ਬੱਚਿਆਂ ਨੂੰ ਇਸ ਸਾਰੇ ਤੋਂ ਕਿਵੇਂ ਬਚਾ ਕੇ ਰੱਖਿਆ ਜਾ ਸਕਦਾ ਹੈ, ਕਿਉਂਕਿ ਇਹ ਬਹੁਤ ਵੱਡਾ ਮਾਇਆ ਜਾਲ ਹੈ। ਜਿੱਦਾਂ ਸਾਈਬਰ ਕਿਡਨੈਪਿੰਗ ਹੋ ਗਈ, ਉਸ ਤੋਂ ਬਾਅਦ ਪੈਸੇ ਦਾ ਲੈਣ ਦੇਣ ਦਾ ਮਾਮਲਾ ਹੋ ਗਿਆ। ਕਈ ਵਾਰੀ ਆਪਾਂ ਦੇਖਿਆ ਸੀ ਕਿ ਬੱਚੇ ਵੀਡੀਓ ਗੇਮ ਖੇਡਣਾ ਸ਼ੁਰੂ ਕਰਦੇ ਨੇ, ਉਸ ਦੇ ਵਿੱਚ ਛੋਟੀਆਂ ਸਕਿਨਸ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ, ਉਸ ਤੋਂ ਬਾਅਦ ਹੌਲੀ ਕਰਦਿਆਂ ਉਹਨਾਂ ਨੇ ਲੱਖਾਂ ਰੁਪਇਆ ਉਜਾੜ ਦਿੱਤਾ। ਬੱਚਿਆਂ ਨੂੰ ਕਿਵੇਂ ਇਸ ਤੋਂ ਬਚਾਇਆ ਜਾ ਸਕਦਾ? ਦੇਖੋ, ਇਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਸਾਈਬਰ ਫਰਾਡ ਦੇ ਜਿੰਨੇ ਵੀ ਕੇਸਿਸ ਹੁੰਦੇ ਆ ਉਹ 'ਚ ਸਭ ਤੋਂ ਇੰਪੋਰਟੈਂਟ ਹੈ ਅਵੇਅਰਨੈਸ ਹੈ। ਜੇ ਅਸੀਂ ਘਰ ਬੈਠ ਕੇ ਆਪਣੇ ਬੱਚਿਆਂ ਨੂੰ, ਜਿਵੇਂ ਆ ਵੀਡੀਓ ਤੁਸੀਂ ਦੇਖ ਰਹੇ ਹੋ, ਇਹਨੂੰ ਜ਼ਰੂਰ ਡਿਸਕਸ ਕਰੋ ਕਿ ਇਦਾਂ ਹੁੰਦਾ ਹੈ। ਜਦੋਂ ਤੱਕ ਇਹ ਚੀਜ਼ ਨਹੀਂ ਪਤਾ ਲੱਗਦੀ, ਸਾਈਬਰ ਇਹ ਜਿਹੜੇ ਜਿੰਨੇ ਵਿਊਅਰਸ ਦੇਖ ਰਹੇ ਆ ਨਾ ਵੀਡੀਓ, ਉਹਨਾਂ ਦੀ ਇਹ ਲਾਈਫ ਟਾਈਮ ਇੱਕ ਮੈਮਰੀ ਹੈ ਕਿ ਇਹ ਹੋ ਸਕਦਾ ਹੈ। ਜਿੰਨੇ ਪੁਆਇੰਟਸ ਵੀ ਆਪਾਂ ਡਿਸਕਸ ਕੀਤੇ ਹੈ ਕਿ ਪਲਵਿੰਦਰ ਨੇ ਇਹ ਚੀਜ਼ ਦੱਸੀ ਸੀ, ਇਹ ਚੀਜ਼ ਹੋ ਸਕਦੀ ਹੈ। ਸੋ ਬੱਚਿਆਂ ਨੂੰ ਅਵੇਅਰ ਕਰੋ ਕਿ ਜਿਹੜੀ ਆਪਾਂ ਸਕਿਨਸ ਬਾਏ ਕਰ ਰਹੇ ਹਾਂ ਜਾਂ ਗੇਮਸ 'ਚ ਆਪਾਂ ਪੇਮੈਂਟ ਕਰ ਰਹੇ ਹਾਂ, ਉਹ ਗੇਮਸ ਕੀ ਕਰਦੀਆਂ, ਤੁਹਾਡੇ ਕਾਰਡ ਦੀਆਂ ਡਿਟੇਲਸ ਸੇਵ ਕਰ ਲੈਂਦੀਆਂ। ਉਹਨਾਂ ਦੀ ਪਲੈਨਿੰਗ ਹੀ ਹੈ, ਉਹਨਾਂ ਦੀ ਸੇਲਸ ਟੀਮ ਹੀ ਇਦਾਂ ਦੀ ਹੈ ਕਿ ਤੁਹਾਡੇ ਕਾਰਡ ਦੀਆਂ ਡਿਟੇਲਸ ਉਹਦੇ ਵਿੱਚ ਸੇਵ ਕਰਵਾ ਲੀਆਂ ਐਂਡ ਉਸ ਤੋਂ ਬਾਅਦ ਆਟੋਮੈਟਿਕ ਉਹ ਤੁਸੀਂ ਨੈਕਸਟ ਟਾਈਮ ਤੁਹਾਨੂੰ ਸਾਰੀ ਡਿਟੇਲ ਭਰਨੀ ਨਹੀਂ ਪਊਗੀ, ਤੁਸੀਂ ਸਿਰਫ ਕਲਿੱਕ ਕਰਨਾ ਹੈ। ਐਂਡ ਉਹ ਤੋਂ ਬੈਂਕ ਦੀ ਜਦੋਂ ਮਹੀਨੇ ਬਾਅਦ ਸਟੇਟਮੈਂਟ ਕ੍ਰੈਡਿਟ ਕਾਰਡ ਦੀ ਆਉਣੀ ਹੈ, ਉਦੋਂ ਪਤਾ ਚੱਲਣਾ ਹੈ ਕਿ ਇਹ ਤਾਂ ਗਏ। ਐਂਡ ਫਿਰ ਬਹੁਤ ਸਾਰੇ ਕੇਸ ਇਦਾਂ ਨੇ, ਮੇਰੇ ਕੋਲ ਖੁਦ ਪੇਰੈਂਟਸ ਆਏ ਸੀਗੇ, ਫਿਰ ਮਾਪੇ ਚੱਕ ਕੇ ਬੰਦੇ ਨੂੰ ਸਕੂਟਰਾਂ ਵਾਲੀ ਦੁਕਾਨ ਤੇ ਵੀ ਲਵਾ ਦਿੰਦੇ ਨੇ। ਮੇਰੇ ਕੋਲ ਖੁਦ ਪੇਰੈਂਟਸ ਇਦਾਂ ਦੇ ਆਏ ਸੀਗੇ ਜਿਹਦੇ ਵਿੱਚ ਪੇਰੈਂਟਸ ਦੇ ਸਟੇਟਮੈਂਟ ਲੈ ਕੇ ਆਏ ਮੇਰੇ ਕੋਲ ਕਿ ਸਾਡੇ ਕੋਲ ਫੋਨ ਦੇ ਬੈਂਕ ਦੀ ਸਟੇਟਮੈਂਟ ਹੈ, ਸਾਡੇ ਇੰਨੇ ਲੱਖ ਅਸੀਂ ਬੈਂਕ ਸੇਵ ਕੀਤੇ ਸੀ, ਆ ਪੈਸੇ ਕੱਟੇ ਕਿੱਥੋਂ ਜਾ ਰਹੇ ਆ, ਸਾਡੇ ਕੋਲ ਨਾ ਤਾਂ OTP ਆ ਰਿਹਾ ਨਾ ਹੀ ਹੈ। ਐਂਡ ਉਹਦੇ ਵਿੱਚ ਜਦੋਂ ਮੈਂ ਡਾਇਗਨੋਸ ਕੀਤਾ, ਉਹਨਾਂ ਦੇ ਫੋਨ ਦੇ ਵਿੱਚ ਹਰ ਇੱਕ ਟ੍ਰਾਂਜੈਕਸ਼ਨ ਦਾ ਮੈਸੇਜ ਆ ਰਿਹਾ ਸੀਗਾ, ਪਰ ਬੱਚਿਆਂ ਨੇ ਕੀ ਕੀਤਾ, ਉਹਨਾਂ ਦੇ ਜਿਹੜੀ ਕੰਪਨੀ ਤੋਂ ਮੈਸੇਜ ਆਉਂਦੇ ਸੀਗੇ ਕਿ ਪੈਸੇ ਕੱਟੇਗੇ, ਉਹਨੂੰ ਬਲੌਕ ਲਿਸਟ ਪਾਤਾ। ਹੁਣ ਇੱਥੇ ਬੜਾ ਇੰਪੋਰਟੈਂਟ ਹੈ ਕਿ ਉਹ ਚੀਜ਼ਾਂ ਨੂੰ ਰੈਗੂਲਰ ਰਿਵਿਊ ਕਰੋ, ਤੁਹਾਡੇ ਬੱਚੇ ਫੋਨਾਂ ਤੇ ਕਰਦੇ ਕੀ ਹੈ। ਇਹ ਨਾ ਹੋਵੇ ਕਿ ਮਹੀਨੇ ਬਾਅਦ ਟ੍ਰਾਂਜੈਕਸ਼ਨਸ ਦੇ ਵਿੱਚ ਪਤਾ ਚੱਲੇ ਕਿ ਪੈਸੇ ਤਾਂ ਖਾਲੀ ਹੋ ਗਏ। ਜੀ, ਬਹੁਤ ਗੰਭੀਰ ਮਸਲਿਆਂ ਤੇ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ। ਸਮਾਂ ਦੇਣ ਦੇ ਲਈ ਬਹੁਤ ਧੰਨਵਾਦ। ਸ਼ੁਕਰੀਆ ਜੀ, ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਪਲਵਿੰਦਰ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਸਾਈਬਰ ਕ੍ਰਾਈਮ ਹੁੰਦਾ ਹੈ, ਸਾਈਬਰ ਸਿਕਿਉਰਿਟੀ ਸਾਡੇ ਲਈ ਕਿੰਨੀ ਮਹੱਤਵਪੂਰਨ ਹੈ। ਅਸੀਂ ਮੋਬਾਈਲ ਤਾਂ ਆਸਾਨੀ ਦੇ ਨਾਲ ਖਰੀਦ ਲੈਂਦੇ ਹਾਂ, ਪਰ ਉਸ ਨੂੰ ਚਲਾਉਣ ਦੀ ਜਾਂਚ, ਉਸ ਦੇ ਵਿੱਚ ਕਿਹੜਾ ਡਾਟਾ ਕਿਵੇਂ ਸਾਂਭਣਾ ਹੈ, ਉਸ ਦੀ ਜਾਂਚ ਸਾਨੂੰ ਸਾਰੀ ਉਮਰ ਕਿਵੇਂ ਆ ਸਕਦੀ ਹੈ, ਇਹ ਸਿੱਖਣ ਦੀ ਵੀ ਬਹੁਤ ਲੋੜ ਹੈ। ਇਹ ਸਾਰੀਆਂ ਗੱਲਾਂ ਤੁਸੀਂ ਸੁਣੀਆਂ ਨੇ ਉਹਨਾਂ ਦੇ ਜ਼ੁਬਾਨੀ। ਤੁਹਾਨੂੰ ਗੱਲਬਾਤ ਕਿਹੋ ਜਿਹੀ ਲੱਗੀ ਹੈ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰੋ। ਧੰਨਵਾਦ, ਸਤਿ ਸ਼੍ਰੀ ਅਕਾਲ।